ਵੈਲਕਮ ਟੂ ਮਾਈ YouTube ਚੈਨਲ। ਮਾਈ ਨੇਮ ਇਜ਼ ਜਸਵੀਰ ਸਿੰਘ। ਇਸ ਵੀਡੀਓ ਵਿੱਚ ਆਪਾਂ ਰੀਡਿੰਗ ਦੀ ਐਕਸਪਲੇਨੇਸ਼ਨ ਕਰਨ ਜਾ ਰਹੇ ਹਾਂ। ਆਈ ਟੁਕ ਦਿਸ ਪੈਸੇਜ ਫਰੋਮ Cambridge 15 test number 2 and passage number 3, and passage title is Having a Laugh. So let's start. There are 3 types of questions in this passage. MCQs ਹੈਗੇ 4 MCQs, then fill in the blanks with hints. ਨੀਚੇ ਆਪਾਂ ਨੂੰ hints available ਹੈਗੇ ਆ, ਐਂਡ ਲਾਸਟ ਦੇ ਵਿੱਚ ਆਪਣੇ yes no not given ਹੈਗੇ ਆ। ਸੋ ਮੇਰੀ ਟੈਕਨੀਕ ਕੀ ਹੈਗੀ ਆ, ਐਕਸਪਲੇਨੇਸ਼ਨ ਕਰਨ ਦਾ ਤਰੀਕਾ ਕੀ ਹੈਗਾ, ਜਾਂ ਵੈਸੇ ਵੀ ਜਦੋਂ ਮੈਂ ਰੀਡਿੰਗ ਕਰਦਾ ਹੈਗਾ ਮੇਰੀ ਕੀ ਟੈਕਨੀਕ ਹੈਗੀ ਆ, ਮੈਂ 1 ਪੈਰਾਗ੍ਰਾਫ ਐਟ ਅ ਟਾਈਮ ਟਾਰਗੇਟ ਕਰਦਾ। ਮੈਂ ਕੁਐਸਚਨ ਟਾਰਗੇਟ ਨਹੀਂ ਕਰਦਾ। ਮੈਂ 1 ਪੈਸੇਜ ਪੜ੍ਹਦਾ, ਇੱਕ ਪੈਰਾਗ੍ਰਾਫ ਪੜ੍ਹਦਾ ਸਾਰਾ। ਇਸ ਪੈਰਾਗ੍ਰਾਫ ਪੜ੍ਹਨ ਤੋਂ ਬਾਅਦ ਮੈਂ ਜਿੰਨੇ ਵੀ 3 ਟਾਈਪ ਦੇ ਕੁਐਸਚਨ ਹੈਗੇ ਸਾਰਿਆਂ 'ਤੇ ਇੱਕ ਵਾਰ ਨਿਗਾਹ ਮਾਰਦਾ। ਪਹਿਲਾ ਪੈਸੇਜ ਪੜ੍ਹਿਆ, ਮੈਂ ਦੇਖਣਾ ਕਿ ਪਹਿਲਾ MCQ ਦਾ ਆਨਸਰ ਮੈਨੂੰ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ। ਫਿਰ ਇਸ ਪਹਿਲੀ ਫਿਲ ਇਨ ਦੀ ਬਲੈਂਕਸ ਦੇ ਉੱਤੇ ਨਿਗਾਹ ਮਾਰਨੀ ਹੈ ਕਿ ਇਹਦਾ ਆਨਸਰ ਆ ਰਿਹਾ ਜਾਂ ਨਹੀਂ ਆ ਰਿਹਾ, ਜਾਂ ਫਿਰ ਜੋ ਲਾਸਟ ਵਿੱਚ ਚੱਲ ਰਹੇ ਹੈਗੇ ਨੇ ਟਰੂ ਫਾਲਸ ਨਾਟ ਗਿਵਨ ਯੈਸ ਨੋ ਨਾਟ ਗਿਵਨ, ਇਹਦਾ ਪਹਿਲੇ ਪੈਸੇਜ ਦੇ ਵਿੱਚ ਇਹਦਾ ਆਨਸਰ, ਇਸ ਕੁਐਸਚਨ ਦਾ ਆਨਸਰ ਹੈਗਾ ਜਾਂ ਨਹੀਂ ਹੈਗਾ। ਸੋ ਪੈਸੇਜ ਪੜ੍ਹਨਾ, ਕੁਐਸਚਨਾਂ 'ਤੇ ਨਿਗਾਹ ਮਾਰਨੀ ਆ, ਬਹੁਤ ਹੀ ਡਿਫਰੈਂਟ ਟੈਕਨੀਕ ਹੈਗੀ ਹੈ। ਜ਼ਿਆਦਾਤਰ ਜਿਹੜੇ ਇੰਸਟੀਚਿਊਟਸ ਨੇ ਉਹ ਬੱਚਿਆਂ ਨੂੰ ਰੈਕਮੈਂਡ ਕਰਦੇ ਆ ਕਿ ਤੁਸੀਂ ਕੁਐਸਚਨ ਪੜ੍ਹੋ, ਕੁਐਸਚਨ 'ਚੋਂ ਕੀਵਰਡ ਹਾਈਲਾਈਟ ਕਰੋ ਅਤੇ ਉਹਨਾਂ ਨੂੰ ਜਾ ਕੇ ਤੁਸੀਂ ਪੈਸੇਜ ਦੇ ਵਿੱਚੋਂ ਲੱਭੋ। ਮੈਨੂੰ ਇਹ ਥੋੜ੍ਹਾ ਜਿਹਾ ਡਿਫੀਕਲਟ ਲੱਗਦਾ ਗਾ, ਮੇਰਾ ਇੱਥੇ ਡਿਫਰੈਂਟ ਹੈਗਾ ਕੰਸੈਪਟ। ਰੀਡਿੰਗ ਐਕਸਪਲੇਨੇਸ਼ਨ ਕਰਾਉਣ ਦਾ ਤਰੀਕਾ ਕੀ ਹੈ ਕਿ ਮੈਂ ਸਾਰੇ ਪੈਸੇਜ ਦੀ ਪਹਿਲਾਂ ਪੰਜਾਬੀ ਕਰੂੰਗਾ, ਫਿਰ ਆਪਾਂ ਇਹਨਾਂ ਦੇ ਕੁਐਸਚਨਾਂ 'ਤੇ ਜਾਵਾਂਗੇ ਅਤੇ ਫਿਰ ਇਹਨਾਂ ਦੇ ਆਨਸਰ ਲੱਭਣ ਦੀ ਕੋਸ਼ਿਸ਼ ਕਰਾਂਗੇ। ਮੈਨੇ ਇਹ ਪੈਸੇਜ ਕਰਿਆ ਹੈਗਾ ਹੈ। I took 23 minutes to complete this passage. ਤੇ ਜਦੋਂ ਮੈਂ ਪੈਸੇਜ ਕਰਿਆ ਸੀ ਮੇਰੇ 3 ਕੁਐਸਚਨਸ ਰੋਂਗ ਹੋਏ ਹੈਗੇ ਇਹਦੇ ਵਿੱਚੋਂ। 23 ਮਿੰਟਸ ਦੇ ਵਿੱਚ ਕਰਨ ਦੇ ਚੱਕਰ ਦੇ ਵਿੱਚ ਕੁਝ ਆਨਸਰ ਰੋਂਗ ਹੋਇਆ, ਜਿਵੇਂ ਲਾਸਟ ਆਨਸਰ ਸੀ ਜਿਹੜਾ, ਇਹ ਮੈਂ ਟਾਈਮ ਦੇ ਚੱਕਰ ਦੇ ਵਿੱਚ ਮੇਰਾ ਖਰਾਬ ਹੋਇਆ, ਨਹੀਂ ਥੋੜ੍ਹਾ ਕੌਨਸਨਟ੍ਰੇਸ਼ਨ ਨਾਲ ਕਰਦਾ ਤਾਂ ਸਹੀ ਹੋ ਜਾਣਾ ਸੀ। ਇਸ ਕੁਐਸਚਨ ਦੇ ਵਿੱਚ ਬਹੁਤ ਤਕੜੀ ਕਨਫਿਊਜ਼ਨ ਹੈਗੀ ਆ। ਇਹ ਕੁਐਸਚਨ ਨਹੀਂ ਰੋਂਗ ਹੋਣਾ ਚਾਹੀਦਾ ਹੈਗਾ। ਟੈਕਨੀਕਲੀ ਮੇਰਾ ਇੱਕ ਕੁਐਸਚਨ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਮੇਰੀ ਗਲਤੀ ਕਰਕੇ ਰੋਂਗ ਹੋਇਆ, ਇਹ ਕੁਐਸਚਨ ਦਾ ਆਨਸਰ ਹੀ ਹੋਣਾ ਚਾਹੀਦਾ ਹੈਗਾ। ਏ ਜਾਂ ਐਚ 'ਚ ਬਹੁਤ ਤਕੜੀ ਕਨਫਿਊਜ਼ਨ ਹੈਗੀ। ਵੀ ਵਿਲ ਡਿਸਕਸ ਦਿਸ ਲੇਟਰ ਔਨ। So let's start with the passage. Having a laugh. The findings of psychological scientists reveal the importance of humor. ਜਿਹੜੀਆਂ ਫਾਈਂਡਿੰਗਸ ਸੀ ਸਾਇੰਟਿਸਟ ਦੀਆਂ, ਉਹਨਾਂ ਨੇ ਰਿਵੀਲ ਕਰਿਆ, ਰਿਵੀਲ ਮੀਨਸ ਡਿਸਕਲੋਜ਼ ਕਰਿਆ ਇੰਪੋਰਟੈਂਸ ਆਫ ਹਿਊਮਰ। ਹਿਊਮਰ ਦੀ ਕੀ ਇੰਪੋਰਟੈਂਸ ਹੈਗੀ ਆ। ਹਾਮਰ ਜਾਂ ਹਿਊਮਰ ਲਗਭਗ ਸੇਮ ਹੈ। Humans start developing a sense of humor as early as 6 weeks old, when babies begin to laugh and smile in response to stimuli. ਜਿਹੜੇ ਯਾਨੀ ਕਿ ਹਿਊਮਨ ਨੇ ਬਹੁਤ ਜਲਦੀ ਯਾਨੀ ਕਿ ਸੈਂਸ ਆਫ ਹਿਊਮਰ ਡਿਵੈਲਪ ਕਰ ਲੈਂਦੇ ਆ। ਜਦੋਂ 6 ਵੀਕਸ ਦਾ ਇੱਕ ਬੇਬੀ ਹੁੰਦਾ ਹੈਗਾ, ਉਹ ਵੀ ਯਾਨੀ ਕਿ ਹੱਸਣਾ ਸਟਾਰਟ ਕਰ ਦਿੰਦਾ ਜਾਂ ਹਾਸੇ ਨੂੰ ਸਮਝਣਾ ਸਟਾਰਟ ਕਰ ਦਿੰਦਾ। ਵੈਨ ਬੇਬੀਜ਼ ਬਿਗਿਨ ਟੂ ਲਾਫ ਔਰ ਸਮਾਈਲ, ਜਦੋਂ ਬੇਬੀ ਹੱਸਣਾ ਅਤੇ ਸਮਾਈਲ ਕਰਨਾ ਸਟਾਰਟ ਕਰਦਾ। ਰਿਸਪੌਂਸ ਟੂ ਸਟਿਮੂਲੀ ਦਾ ਜਦੋਂ ਆਪਾਂ ਉਹਨੂੰ ਟ੍ਰਿਗਰ ਕਰਦੇ ਹੈਗੇ, ਆਪਾਂ ਉਹਨੂੰ ਯਾਨੀ ਕਿ ਫਨੀ ਫੇਸਿਸ ਬਣਾਉਂਦੇ ਆ, ਫਿਰ ਉਹ ਉਹਦੇ ਰਿਸਪੌਂਸ ਦੇ ਵਿੱਚ ਆਪਾਂ ਨੂੰ ਸਮਾਈਲ ਕਰਨੀ ਸਟਾਰਟ ਕਰਦਾ। ਲਾਫਟਰ ਇਜ਼ ਯੂਨੀਵਰਸਲ ਅਕਰੋਸ ਆਲ ਹਿਊਮਨ ਕਲਚਰ। ਜਿਹੜਾ ਲਾਫਟਰ ਆ ਉਹ ਸੇਮ ਹੈਗਾ, ਯੂਨੀਵਰਸਲ ਹੈਗਾ ਆਲ ਹਿਊਮਨ ਕਲਚਰ। ਈਵਨ ਐਗਜ਼ਿਸਟ ਇਨ ਸਮ ਫਾਰਮ ਆਫ ਰੈਟਸ ਐਂਡ ਚਿੰਪਸ ਐਂਡ ਬੋਨੋਬੋਸ। ਇਨ ਕੁਛ ਐਨੀਮਲ ਦੇ ਵਿੱਚ ਵੀ ਇਹ ਚੀਜ਼ ਦੇਖੀ ਜਾਂਦੀ ਹੈ। ਲਾਈਕ ਅਦਰ ਹਿਊਮਨ ਇਮੋਸ਼ਨਸ ਐਂਡ ਐਕਸਪ੍ਰੈਸ਼ਨ, ਜਿਵੇਂ ਕਿ ਹਿਊਮਨ ਦੇ ਅਦਰ ਇਮੋਸ਼ਨਸ ਹੈਗੇ ਅਤੇ ਐਕਸਪ੍ਰੈਸ਼ਨ ਹੈਗੇ ਆ। ਲਾਫਟਰ ਐਂਡ ਹਿਊਮਰ ਪ੍ਰੋਵਾਈਡ ਸਾਈਕੋਲੋਜੀਕਲ ਸਾਇੰਟਿਸਟ ਵਿਦ ਰਿਚ ਰਿਸੋਰਸਿਸ ਫਾਰ ਸਟੱਡਿੰਗ ਹਿਊਮਨ ਸਾਈਕੋਲੋਜੀ। ਜਿਵੇਂ ਹੋਰ ਹਿਊਮਨ ਇਮੋਸ਼ਨਸ ਹੈਗੇ ਆ, ਐਕਸਪ੍ਰੈਸ਼ਨ ਹੈਗੇ ਆ, ਲਾਫਟਰ ਵੀ ਅਤੇ ਹਿਊਮਰ ਵੀ ਇੱਕ ਅਪਰਚੁਨਿਟੀ ਦਿੰਦਾ ਹੈਗਾ ਸਾਇੰਟਿਸਟ ਨੂੰ ਇਹਨਾਂ ਉੱਤੇ ਸਟੱਡੀ ਕਰਨ ਦੇ ਲਈ, ਸਟੱਡੀ ਆਫ ਹਿਊਮਨ ਸਾਈਕੋਲੋਜੀ।
ਰੇਂਜਿੰਗ ਫਰੋਮ ਡਿਵੈਲਪਮੈਂਟ ਆਫ ਲੈਂਗੁਏਜ, ਕਿਵੇਂ ਲੈਂਗੁਏਜ ਡਿਵੈਲਪ ਹੁੰਦੀ ਆ ਇਹਦੇ ਕਰਕੇ, ਟੂ ਨਿਊਰੋ ਸਾਇੰਸ ਆਫ ਸੋਸ਼ਲ ਪਰਸੈਪਸ਼ਨ। ਤੇ ਨਿਊਰੋ ਸਾਇੰਸ ਕੀ ਹੈਗੀ ਆ, ਜਿਹੜੀ ਸੋਸ਼ਲ ਪਰਸੈਪਸ਼ਨ ਹੈਗਾ, ਪਰਸੈਪਸ਼ਨ ਦਾ ਮਤਲਬ ਹੁੰਦਾ ਜੋ ਬਲੀਫ ਹੈਗਾ, ਸੋਸ਼ਲ ਬਲੀਫ ਹੈਗਾ ਆ। ਸੋ ਕੁਐਸਚਨਸ ਤੇ ਜਾਂਦੇ ਹਾਂ, ਪਹਿਲਾ ਪੈਸੇ ਸਾਰਾ ਪੜ੍ਹ ਲਿਆ ਆਪਾਂ ਨੇ। ਵੈਨ ਰੈਫਰਿੰਗ ਟੂ ਦ ਲਾਫਟਰ ਇਨ ਦ ਫਸਟ ਪੈਰਾਗ੍ਰਾਫ ਦ ਰਾਈਟਰ ਐਮਫੈਸਿਸ, ਜਦੋਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਰਾਈਟਰ ਨੇ ਲਾਫਟਰ ਦਾ ਜ਼ਿਕਰ ਕਰਿਆ ਹੈ, ਸੋ ਉਹਨੇ ਕਿਸ ਚੀਜ਼ ਤੇ ਐਮਫੈਸਿਸ ਹੁੰਦਾ, ਉਹਨੇ ਯਾਨੀ ਕਿ ਫੋਰਸ ਕਰਨਾ ਜਾਂ ਜ਼ੋਰ ਦੇਣਾ, ਕਿਸ ਚੀਜ਼ ਤੇ ਉਹਨੇ ਜ਼ੋਰ ਦਿੱਤਾ ਹੈਗਾ। ਆਪਸ਼ਨਾਂ ਦੇਖਦੇ ਹੀ, ਇਟਸ ਇੰਪੈਕਟਸ ਔਨ ਲੈਂਗੁਏਜ, ਲੈਂਗੁਏਜ ਤੋਂ ਦਾ ਕੀ ਇੰਪੈਕਟ ਆ। ਹੁਣ ਪਹਿਲੇ ਪੈਸੇ ਦੇ ਵਿੱਚ ਲੈਂਗੁਏਜ ਦਾ ਕੁਝ ਖਾਸ ਜ਼ਿਕਰ ਨਹੀਂ ਹੋਇਆ ਹੈਗਾ, ਬਹੁਤ ਛੋਟੀ ਜ਼ਿਕਰ ਹੋਇਆ, ਇਸ ਕਰਕੇ ਇਹਦਾ ਇਹ ਤਾਂ ਹੋ ਨਹੀਂ ਸਕਦਾ ਹੈਗਾ। ਇਟਸ ਫੰਕਸ਼ਨ ਇਨ ਹਿਊਮਨ ਕਲਚਰ, ਹਿਊਮਨ ਕਲਚਰ ਦੀ ਗੱਲ ਜ਼ਰੂਰ ਹੋਈ ਹੈ, ਪਰ ਉਹਦੇ ਫੰਕਸ਼ਨ ਦੀ ਗੱਲ ਨਹੀਂ ਹੋਈ ਕਿ ਇਹਦਾ ਕੀ ਫੰਕਸ਼ਨ ਹੈਗਾ। ਹੁਣ ਕਈ ਬੱਚੇ ਹਿਊਮਨ ਦੇ ਕਲਚਰ ਦੇਖ ਕੇ ਤਾਂ ਬੀ ਆਂਸਰ ਲਗਾ ਸਕਦੇ ਆ, ਪਰ ਉੱਥੇ ਫੰਕਸ਼ਨ ਦੀ ਕੋਈ ਗੱਲ ਨਹੀਂ ਹੋਈ, ਇਸ ਕਰਕੇ ਤਾਂ ਬੀ ਵੀ ਆਂਸਰ ਨਹੀਂ ਹੋ ਸਕਦਾ। ਇਟਸ ਵੈਲਿਊ ਟੂ ਸਾਇੰਟੀਫਿਕ ਰਿਸਰਚ, ਸਾਇੰਟੀਫਿਕ ਰਿਸਰਚ ਦੀ ਗੱਲ ਹੋ ਰਹੀ ਹੈਗੀ ਆ, ਵੈਲਿਊ ਦੀ ਜ਼ਿਆਦਾ ਗੱਲ ਨਹੀਂ ਹੋਈ, ਪਰ ਸਾਇੰਟੀਫਿਕ ਰਿਸਰਚ ਦੀ ਗੱਲ ਹੋ ਰਹੀ ਹੈਗੀ ਆ, ਤਾਂ ਇਹਨੂੰ ਆਪਾਂ ਨਾ ਯੈਸ ਕਰ ਸਕਦੇ ਹਾਂ ਨਾ ਨੋ ਕਰ ਸਕਦੇ ਹਾਂ। ਇਟਸ ਯੂਨੀਵਰਸੈਲਿਟੀ ਇਨ ਐਨੀਮਲ ਸੁਸਾਇਟੀ, ਯੂਨੀਵਰਸੈਲਿਟੀ ਦੀ ਗੱਲ ਤਾਂ ਹੋਈ ਹੈ, ਪਰ ਐਨੀਮਲ ਸੁਸਾਇਟੀ ਤੋਂ ਜ਼ਿਆਦਾ ਗੱਲ ਨਹੀਂ ਹੋਈ। ਸੋ ਜੇ ਆਪਾਂ ਇੱਕ ਵਾਰ ਓਵਰਆਲ ਦੇਖੀਏ ਤਾਂ ਆਪਸ਼ਨ ਕੋਈ ਵੀ ਜ਼ਿਆਦਾ ਨੀਅਰ ਨਹੀਂ ਹੈਗੀ। ਇਹ ਤਿੰਨ ਆਪਸ਼ਨਾਂ ਤਾਂ ਬੜੀਆਂ ਕਲੀਅਰਲੀ ਲੱਗ ਰਹੀਆਂ, ਅਤੇ ਇਹ ਇੱਕ ਆਪਸ਼ਨ ਆ ਜਿਹੜੀ ਮੈਨੂੰ ਥੋੜ੍ਹੀ ਨੀਅਰ ਲੱਗ ਰਹੀ ਹੈ ਕਿ ਸ਼ਾਇਦ ਇਹ ਹੋ ਸਕਦੀ ਹੈ। ਸੋ ਜਿਹੜੀ ਰੋਂਗ ਚੀਜ਼ ਆ ਉਹਨੂੰ ਬਾਹਰ ਕੱਢ ਕੇ ਸਹੀ ਚੀਜ਼ ਆਪਣੇ ਆਪ ਬਾਹਰ ਆ ਜਾਂਦੀ ਹੈਗੀ ਹੈ, ਠੀਕ ਹੈ। ਸੋ ਇਹਦਾ ਸੀ ਆਂਸਰ ਹੈਗਾ ਇਟਸ ਵੈਲਿਊ ਆਫ ਸਾਇੰਟੀਫਿਕ ਰਿਸਰਚ। ਅਦਰਵਾਈਜ਼ ਉਹ ਇਸ ਲਾਈਨ ਦੇ ਵਿੱਚ ਗੱਲ ਵੀ ਕਰ ਰਿਹਾ ਹੈਗਾ ਕਿ ਜਿਹੜਾ ਹੋਮਰ ਪ੍ਰੋਵਾਈਡ ਸਾਈਕੋਲੋਜੀਕਲੀ ਸਾਇੰਟਿਸਟ ਵਿਦ ਰਿਚ ਰਿਸੋਰਸਿਸ ਆਫ ਸਟੱਡਿੰਗ ਹਿਊਮਨ ਸਾਈਕੋਲੋਜੀ, ਯਾਨੀ ਰਿਚ ਰਿਸੋਰਸਿਸ ਪ੍ਰੋਵਾਈਡ ਕਰਦਾ ਕਿ ਲੋਕ ਇਹਦੇ ਉੱਤੇ ਸਟੱਡੀ ਕਰ ਸਕਦੇ ਹੈਗੇ ਆ। ਜੇ ਆਪਾਂ ਹੋਰ ਕੁਐਸਚਨਸ ਦੀ ਗੱਲ ਕਰੀਏ, ਵਾਟ ਡਜ਼ ਦ ਰਾਈਟਰ ਸੁਜੈਸਟ ਅਬਾਊਟ ਕਾਰਲੇ ਡਗਲਸ, ਕਾਰਲੇ ਡਗਲਸ ਦੀ ਕੋਈ ਗੱਲ ਨਹੀਂ ਹੋਈ ਹੈਗੀ। ਚਾਰਲੀ ਡਗਲਸ, ਸੌਰੀ ਨਾਟ ਕਾਰਲੇ, ਚਾਰਲੀ ਡਗਲਸ। ਤੇ ਫਿਲ ਇਨ ਦੀਆਂ ਬਲੈਂਕਸ ਨੇ, ਇਨ ਵਨ ਸਟੱਡੀ ਆਫ ਆਸਟ੍ਰੇਲੀਅਨ ਨੈਸ਼ਨਲ, ਇਹਦੀ ਹਾਲੇ ਕੋਈ ਗੱਲ ਨਹੀਂ ਹੋਈ ਹੈਗੀ। ਪਾਰਟੀਸਪੈਂਟ ਆਫ ਸੰਤਾ ਕਰੂਜ਼, ਇਹਦੀ ਹਾਲੇ ਕੋਈ ਗੱਲ ਨਹੀਂ। ਆਪਾਂ ਨੂੰ ਪਹਿਲੀ ਅੱਧੀ ਲਾਈਨ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਜਿੰਨਾ ਆਪਾਂ ਪੈਸੇ ਪੜ੍ਹਿਆ ਉਹਦੇ ਵਿੱਚੋਂ ਕੋਈ ਗੱਲ ਹੋਈ ਹੈ ਜਾਂ ਫਿਰ ਨਹੀਂ ਹੋਈ ਹੈਗੀ ਹੈ। ਚਲੋ ਅਗਲਾ ਪੈਸੇ ਪੜ੍ਹਦੇ ਹਾਂ ਜੀ। ਥਿਊਰੀਜ਼ ਫੋਕਸਿੰਗ ਔਨ ਦਾ ਐਵੋਲਿਊਸ਼ਨ ਆਫ ਲਾਫਟਰ, ਐਵੋਲਿਊਸ਼ਨ ਹੁੰਦਾ ਸਲੋ ਡਿਵੈਲਪਮੈਂਟ, ਬੜੇ ਕਾਮਨ ਸ਼ਬਦ ਨੇ, ਇਹ ਬਹੁਤ ਜ਼ਿਆਦਾ ਰਿਪੀਟ ਹੁੰਦੇ ਆ ਰੀਡਿੰਗ ਦੇ ਵਿੱਚ। ਥਿਊਰੀਜ਼ ਫੋਕਸਿੰਗ ਔਨ ਦਾ ਐਵੋਲਿਊਸ਼ਨ ਆਫ ਲਾਫਟਰ ਪੁਆਇੰਟ to it as an important adaptation for social communication, social communication ਲਈ adaptation ਬਹੁਤ ਹੀ important adaptation ਹੈਗੀ ਆ। take for example the recorded laughter in TV comedy shows, recorded laughter ਜਿਹੜਾ ਆਪਾਂ ਹੱਸਦੇ ਜਿਵੇਂ TV ਸ਼ੋਅ ਦੇ ਵਿੱਚ ਲੋਕ ਬੈਕਗਰਾਊਂਡ 'ਚ ਨਹੀਂ ਹੱਸਦੇ ਹੁੰਦੇ, ਉਹਦੀ ਗੱਲ ਚੱਲ ਰਹੀ ਹੈ ਇਹ। back in 1950 US sound engineer Charlie Douglas hated dealing with the unpredictable laughter of live audience, ਯਾਨੀ ਕਿ 1950 ਦੇ ਵਿੱਚ ਕੋਈ ਚਾਰਲੀ ਡਗਲਸ ਨਾਮ ਦਾ ਬੰਦਾ ਸੀ, ਉਹਨੂੰ ਬੜਾ ਅਜੀਬ ਲੱਗਦਾ ਸੀ, ਹੇਟ ਕਰਦਾ ਸੀ ਉਹ, ਬੜਾ ਯਾਨੀ ਕਿ ਉਹਨੂੰ ਡਿਫੀਕਲਟੀਜ਼ ਆ ਰਹੀਆਂ ਸੀ ਡੀਲ ਕਰਨ ਦੇ ਲਈ, ਜੋ ਅਨਪ੍ਰੈਡਿਕਟੇਬਲ ਜਿਹਨੂੰ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ, ਲਾਫਟਰ ਆਫ ਲਾਈਵ ਆਡੀਅੰਸ ਜਿਹੜਾ ਅਨਪ੍ਰੈਡਿਕਟੇਬਲ ਲਾਫਟਰ ਸੀ ਉਹਨੂੰ ਡੀਲ ਕਰਨ 'ਚ ਉਹਨੂੰ ਪ੍ਰੋਬਲਮ ਆ ਰਹੀ ਸੀ। ਸੋ ਸਟਾਰਟਡ ਰਿਕਾਰਡਿੰਗ ਹਿਜ਼ ਓਨ ਲਾਫ ਟਰੈਕਸ, ਤਾਂ ਉਹਨੇ ਲਾਫ ਟਰੈਕਸ ਰਿਕਾਰਡ ਕਰਨੇ ਸਟਾਰਟ ਕਰੇ। these were intended to help people at home feel like they are in a social situation, ਇਹ ਯਾਨੀ ਕਿ ਲੋਕਾਂ ਨੂੰ ਹੈਲਪ ਕਰ ਰਹੇ ਸੀ। ਜੇ ਲੋਕ ਘਰੇ ਬਹਿ ਕੇ ਸ਼ੋਅ ਦੇਖਦੇ ਸੀ ਕਿ ਉਹਨੂੰ ਲੱਗਦਾ ਸੀ ਕਿ ਕਿਤੇ ਸੋਸ਼ਲ ਸਿਚੁਏਸ਼ਨ ਦੇ ਵਿੱਚ ਬੈਠੇ ਨੇ ਉਹ, ਸੱਚ ਐਜ ਕਰਾਊਡਡ ਥੀਏਟਰ, ਕਿ ਕਰਾਊਡਡ ਥੀਏਟਰ ਦੇ ਵਿੱਚ ਬੈਠੇ ਆ। ਡਗਲਸ ਈਵਨ ਰਿਕਾਰਡਡ ਵੇਰੀਅਸ ਟਾਈਪਸ ਆਫ ਲਾਫਟਰਸ, ਉਹਨੇ ਡਿਫਰੈਂਟ ਤਰ੍ਹਾਂ ਦੀਆਂ ਲਾਫਟਰਸ ਨੂੰ ਰਿਕਾਰਡ ਕਰਿਆ। ਐਜ਼ ਵੈਲ ਐਜ਼ ਮਿਕਸਚਰ ਆਫ ਲਾਫਟਰਸ ਫਰੋਮ ਮੈਨ ਵੂਮਨ ਐਂਡ ਚਿਲਡਰਨ, ਡਿਫਰੈਂਟ ਬੱਚਿਆਂ ਦੀਆਂ, ਵੂਮਨ ਦੀਆਂ ਤੇ ਚਿਲਡਰਨ ਦੀਆਂ ਲਾਫਟਰ ਸੀ। ਇਨ ਡੂਇੰਗ ਸੋ, ਇਹ ਕਰਦੇ ਹੋਏ ਹੀ ਪਿਕਡ ਅਪ
on a quality of laughter that is now increasing. Researchers, he picked up the quality of laughter, ਉਹਨੇ ਕੁਆਲਿਟੀ ਦੀ ਵੀ ਗੱਲ ਕਰੀ ਆ, that is now interesting researchers, ਜਿਹੜੀ ਕਿ ਅੱਜ ਕੱਲ੍ਹ ਰਿਸਰਚਰ ਨੂੰ ਇੰਟਰਸਟ ਕਰ ਰਹੀ ਆ. he a simple haha communicates a remarkable amount of socially relevant information. ਜਿਹੜੇ ਸਿੰਪਲ ਹਾ ਹਾ ਕਰਕੇ ਕੋਈ ਸਾਊਂਡ ਦਿੰਦੇ ਆਪਾਂ ਜਦੋਂ ਹੱਸਦੇ ਹਾਂ, ਕਮਿਊਨੀਕੇਟਸ ਅ ਰਿਮਾਰਕੇਬਲ ਅਮਾਊਂਟ ਆਫ ਸੋਸ਼ਲੀ ਰੈਲੇਵੈਂਟ ਇਨਫੋਰਮੇਸ਼ਨ. ਇਹਦੇ ਵਿੱਚ ਬਹੁਤ ਜ਼ਿਆਦਾ ਸੋਸ਼ਲੀ ਰੈਲੇਵੈਂਟ ਇਨਫੋਰਮੇਸ਼ਨ ਹੈਗੀ ਆ. ਸੋ ਪੈਸੇ ਦੇ ਵਿੱਚ ਜੋ ਇਹਨੇ ਗੱਲ ਕਰੀ ਆਪਾਂ ਨੂੰ ਓਵਰਆਲ ਸਮਝ ਆ ਗਈ ਹੈਗੀ ਆ. ਹੁਣ ਆਪਾਂ ਇੱਧਰ ਦੇਖਦੇ ਹਾਂ MCQ ਵਿੱਚ ਜਾ ਕੇ. ਇਹ ਮੇਰਾ MCQ ਖੈਰ ਰੋਂਗ ਹੋਇਆ ਸੀ. what does the writer suggest about ਚਾਰਲੀ ਡਗਲਸ? ਡਗਲਸ ਬਾਰੇ ਉਹਨੇ ਕੀ ਸੁਜੈਸਟ ਕਰਿਆ ਹੈਗਾ ਰਾਈਟਰ ਨੇ? ਬੜਾ ਧਿਆਨ ਨਾਲ ਪੜ੍ਹਨ ਵਾਲੀ ਗੱਲ ਹੈ ਕਿ ਉਹਨੇ ਕੀ ਸੁਜੈਸਟ ਕਰਿਆ. he understood the importance of enjoying humor in a group setting. ਉਹ ਅੰਡਰਸਟੂਡ ਕਰਦਾ ਸੀ ਕਿ ਕੀ ਇੰਪੋਰਟੈਂਸ ਹੈਗੀ ਆ ਇੰਜੋਏ ਕਰਨ ਦੀ ਹਿਊਮਰ ਇਨ ਅ ਗਰੁੱਪ ਸੈਟਿੰਗ. ਗਰੁੱਪ ਸੈਟਿੰਗ ਦੇ ਵਿੱਚ ਯਾਨੀ ਕਿ ਕੋਈ ਲਾਫਟਰ ਸ਼ੋਅ ਨੂੰ ਇੰਜੋਏ ਕਰਨ ਦੀ ਕੀ ਸੈਟਿੰਗ, ਇਹਦੀ ਹੁਣ ਗੱਲ ਉਹ ਕਰ ਰਿਹਾ ਹੈਗਾ ਆ. ਇੱਥੇ ਇਹਨੇ ਗੱਲ ਕਰੀ ਹੈ ਇੱਕ ਤਾਂ ਅਨਪ੍ਰੈਡਿਕਟੇਬਲ ਲਾਫ ਸੀ. ਹੀ ਸਟਾਰਟਡ ਡੀਲਿੰਗ ਵਿਦ these were intended to help people to feel like they were in a social situation such as crowded theatre. ਯਾਨੀ ਕਿ ਇਹ ਇਸ ਲਾਈਨ ਦੇ ਵਿੱਚ ਇਹਦਾ ਆਨਸਰ ਹੈਗਾ ਆ ਕਿ ਉਹ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿਤੇ ਕਰਾਊਡਡ ਸਿਚੁਏਸ਼ਨ ਗਰੁੱਪ ਦੇ ਵਿੱਚ. ਜਿਹੜੇ ਹੱਸਣ ਦੀ ਇੰਪੋਰਟੈਂਸ ਦੇ ਬਾਰੇ ਗੱਲ ਕਰ ਰਿਹਾ ਹੈਗਾ ਕਿ ਉਹ ਸਮਝ ਗਿਆ ਸੀ ਕਿ ਇਹਦੀ ਜ਼ਰੂਰਤ ਹੈਗੀ. ਚਲੋ ਅਗਲੀਆਂ ਆਪਸ਼ਨਾਂ ਵੀ ਦੇਖਦੇ ਹਾਂ. ਹੀ ਬਿਲੀਵਡ ਦੈਟ TV views at home needed to be told when to laugh. ਇਹ ਕਹਿੰਦਾ ਵੀ ਉਹਨੂੰ ਲੱਗਦਾ ਸੀ ਕਿ ਜਿਹੜੇ TV ਵਿਊਜ਼ ਜਿਹੜੇ ਲੋਕ ਘਰੇ ਬਹਿ ਕੇ ਦੇਖਦੇ ਆ ਉਹਨਾਂ ਨੂੰ ਜ਼ਰੂਰਤ ਹੈਗੀ ਦੱਸਣ ਦੀ ਕਿ ਕਦੋਂ ਹੱਸਣਾ ਹੈਗਾ. ਇਹ ਹੁਣ ਕਈ ਬੱਚੇ ਨੇ ਬੀ ਲਗਾਇਆ ਹੋਊਗਾ ਪਰ ਇੱਥੇ ਕੋਈ ਨੀਡਡ ਦੀ ਗੱਲ ਨਹੀਂ ਸੀ ਹੈਗੀ ਕਿ ਉਹਨੂੰ ਦੱਸਣਾ ਪਊਗਾ ਕਦੋਂ ਹੱਸਣਾ ਹੈਗਾ ਆ. ਠੀਕ ਹੈ ਜੀ. ਤਾਂ TV ਸ਼ੋਅ ਦੇ ਵਿਊਅਰ ਨੂੰ ਦੱਸਣ ਦੀ ਜ਼ਰੂਰਤ ਨਹੀਂ, ਅਤੇ ਨਾ ਹੀ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਇਸ ਚੀਜ਼ ਦੀ, ਕਿਉਂਕਿ ਲਾਈਵ ਆਡੀਅੰਸ ਦੀ ਉਹਨੂੰ ਪ੍ਰੋਬਲਮ ਸੀ. TV ਸ਼ੋਅ 'ਚ ਲੋਕ ਹੱਸ ਰਹੇ ਨੇ ਨਹੀਂ ਹੱਸ ਰਹੇ ਨੇ ਘਰੇ ਬੈਠੇ, ਉਹ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਸੀ ਹੈਗੀ. ਹੀ ਵਾਂਟਡ ਹਿਜ਼ ਸ਼ੋਜ਼ ਟੂ ਅਪੀਲ ਟੂ ਆਡੀਅੰਸ ਅਕਰੋਸ ਦਾ ਸੋਸ਼ਲ ਸਪੈਕਟਰਮ. ਮੈਂ ਤਾਂ ਸੀ ਆਂਸਰ ਲਗਾਇਆ ਸੀ. ਹੀ ਵਾਂਟਡ ਹਿਜ਼ ਸ਼ੋਜ਼ ਟੂ ਅਪੀਲ ਦਾ ਆਡੀਅੰਸ ਅਕਰੋਸ ਦਾ ਸੋਸ਼ਲ ਸਪੈਕਟਰਮ. ਸੋਸ਼ਲ ਸਪੈਕਟਰਮ ਨੂੰ ਮੈਂ ਯਾਨੀ ਕਿ ਕਰਾਊਡਡ ਗਰੁੱਪ ਲੈ ਗਿਆ, ਪਰ ਸੋਸ਼ਲ ਸਪੈਕਟਰਮ ਦਾ ਮਤਲਬ ਜਿੰਨੀ ਕਿ ਮੇਰੀ ਨੌਲੇਜ ਹੈਗੀ ਆ ਡਿਫਰੈਂਟ ਸਿਚੁਏਸ਼ਨ ਨੂੰ ਸੋਸ਼ਲ ਸਪੈਕਟਰਮ ਕਹਿ ਦਿੰਦੇ ਹੈਗੇ ਆ. ਹੀ ਵਾਂਟਡ ਹਿਜ਼ ਸ਼ੋ ਟੂ ਅਪੀਲ ਦਾ ਆਡੀਅੰਸ ਅਕਰੋਸ ਦਾ ਸੋਸ਼ਲ ਸਪੈਕਟਰਮ. ਕਾਫੀ ਕਲੋਜ਼ ਸੀ ਇਹਦਾ ARC ਦੇ ਵਿੱਚੋਂ. ਇਹਨੂੰ ਆਪਾਂ ਸ਼ਰਿਆ ਮਨਾ ਵੀ ਨਹੀਂ ਕਰ ਸਕਦੇ, ਕਨਫਿਊਜ਼ਿੰਗ ਸੀ. ਹੀ ਚਲੋ ਮੈਨੂੰ ਇੱਕ ਵਾਰ ਸਹੀ ਲਗਾਇਆ ਸੀ. ਹੀ ਪ੍ਰੈਫਰਡ ਸ਼ੋਜ਼ ਵੇਅਰ ਆਡੀਅੰਸ ਵਰ ਪ੍ਰੈਜੈਂਟਡ ਇਨ ਰਿਕਾਰਡਡ ਸਟੂਡੀਓ. ਨਹੀਂ, ਰਿਕਾਰਡਿੰਗ ਸਟੂਡੀਓ ਇਹਦੇ ਵੀ ਕੋਈ ਨਹੀਂ ਸੀ. ARC ਦੇ ਵਿੱਚ ਬਹੁਤ ਤਕੜੀ ਕਨਫਿਊਜ਼ਨ ਸੀ. ਤੁਹਾਨੂੰ ਵੀ ਸ਼ਾਇਦ ਹੋ ਸਕਦੀ ਹੈਗੀ ਆ ਇਹਨਾਂ ਦੋਨਾਂ 'ਚ ਕਨਫਿਊਜ਼ਨ. ਫਾਈਨਲੀ ਮੈਂ C ਨਾਲ ਗਿਆ ਅਤੇ ਪਰ ਆਨਸਰ A ਸੀ. ਬੜਾ ਥੋੜ੍ਹਾ ਡਿਫਰੈਂਸ ਸੀ. ਹੀ ਵਾਂਟਡ ਹਿਜ਼ ਸ਼ੋ ਟੂ ਅਪੀਲ ਹੁੰਦਾ ਆ ਕਿ ਲੋਕਾਂ ਨੂੰ ਅਟਰੈਕਟ ਕਰਨਾ, ਟੂ ਆਡੀਅੰਸ ਅਕਰੋਸ ਦਾ ਸੋਸ਼ਲ ਸਪੈਕਟਰਮ, ਕਿ ਸੋਸ਼ਲ ਸਪੈਕਟਰਮ ਦੇ ਵਿੱਚ ਉਹ ਆਡੀਅੰਸ ਨੂੰ ਅਪੀਲ ਕਰੇ. ਖੈਰ ਉਹ ਚਾਹੁੰਦਾ ਨਹੀਂ ਸੀ ਇਸ ਚੀਜ਼ ਨੂੰ, ਉਹ ਅੰਡਰਸਟੂਡ ਕਰ ਗਿਆ ਸੀ ਕਿ ਇਹ ਚੀਜ਼ ਦੀ ਜ਼ਰੂਰਤ ਹੈਗੀ, ਇਸ ਕਰਕੇ ਇਹਨਾਂ ਨੇ ਸ਼ਾਇਦ ਆਨਸਰ ਇਹਦਾ ਇਹ ਲਾਇਆ. ਜਿਹੜਾ ਆਪਾਂ ਪੈਸੇ ਭਰਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਉਹ ਚਾਹੁੰਦਾ ਸੀ ਕਿ ਜਿਹੜਾ ਉਹਦਾ ਸ਼ੋਅ ਹੈਗਾ ਉਹ ਲੋਕਾਂ ਨੂੰ ਸੋਸ਼ਲ ਸਪੈਕਟਰਮ ਦੇ ਵਿੱਚ ਅਪੀਲ ਕਰੇ. ਉਹ ਸਿੰਪਲ ਇੱਕ ਅੰਡਰਸਟੈਂਡ ਕਰਿਆ ਸੀ ਉਹਨੇ, ਯਾਨੀ ਕਿ ਜਿਹੜੀ ਹਿਊਮਰ ਹੈਗਾ ਉਹ ਗਰੁੱਪ ਵਿੱਚ ਵਧੀਆ ਇੰਜੋਏ ਕਰਦਾ ਹੈਗਾ. ਸੋ ਵਾਟ ਮੇਕਸ ਦਾ ਸੈਂਟਾ ਕਰੂਜ਼, ਇਹਦੀ ਕੋਈ ਗੱਲ ਨਹੀਂ ਹੋਈ ਹੈਗੀ. ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਹਾਲੇ ਤੱਕ ਕੋਈ ਗੱਲ ਨਹੀਂ ਹੋਈ ਹੈਗੀ, ਅਤੇ ਸੈਂਟਾ ਕਰੂਜ਼ ਇੱਧਰ ਹੈਗਾ, ਇਹਦੀ ਫਿਲਹਾਲ ਕੋਈ ਗੱਲ ਨਹੀਂ ਹੋਈ ਹੈਗੀ. ਆਪਾਂ ਨੈਕਸਟ ਪੈਸੇ ਪੜ੍ਹਦੇ ਹਾਂ ਜੀ. In one study conducted in 2016, samples of laughter from Paris of English-speaking students were recorded at the University of California, Santa Cruz. So 2016 ਦੇ ਵਿੱਚ ਕੋਈ ਸਟੱਡੀ ਹੋਈ ਸੀ, ਸੈਂਪਲ ਕਲੈਕਟ ਕਰੇ ਗਏ ਇੰਗਲਿਸ਼ ਸਪੀਕਿੰਗ ਸਟੂਡੈਂਟਸ ਦੇ ਫਰੋਮ, ਅਤੇ ਉਹਨਾਂ ਨੂੰ ਰਿਕਾਰਡ ਕਰਿਆ ਗਿਆ. A team made up of more than 30
ਸਾਈਕੋਲੋਜੀਕਲ ਸਾਇੰਟਿਸਟ ਜਿਹੜੀ ਕੋਈ ਟੀਮ ਸੀ ਜਿਹੜੀ ਮੇਡ ਅਪ ਆਫ 30 ਸਾਈਕੋਲੋਜੀਕਲ ਸਾਇੰਟਿਸਟ, anthropologists and biologists then played these recordings to listeners from 24 diverse societies। ਤਾਂ ਜਿਹੜੀ ਯਾਨੀ ਕਿ ਕੋਈ ਟੀਮ ਸੀ ਡਿਫਰੈਂਟ ਸਾਇੰਟਿਸਟ ਸੀ ਉਹਦੇ ਵਿੱਚ, ਦੈਨ ਪਲੇਡ ਉਹਨਾਂ ਨੇ ਯਾਨੀ ਕਿ ਕੀ ਕਰਿਆ, ਜਿਹੜੀ ਇਹ ਰਿਕਾਰਡਿੰਗ ਸੀ ਉਹਨਾਂ ਨੂੰ ਪਲੇ ਕਰਿਆ 24 ਡਾਈਵਰਸ ਹੁੰਦਾ ਡਿਫਰੈਂਟ ਸੁਸਾਇਟੀਜ਼ ਫਰੋਮ ਇੰਡੀਜਨਸ ਟਰਾਈਬਸ। ਇੰਡੀਜਨਸ ਹੁੰਦੇ ਨੇ ਜਿਹੜੇ ਯਾਨੀ ਕਿ ਆਦੀਵਾਸੀ ਲੋਕ ਹੁੰਦੇ ਆ, ਇਨ ਨਿਊ ਗੁਨੀਆ, ਬਹੁਤ ਹੀ ਯਾਨੀ ਕਿ ਡਿਫਰੈਂਟ। ਨਿਊ ਗੁਨੀਆ ਇੱਕ ਮੇਰੇ ਖਿਆਲ ਆਈਲੈਂਡ ਦਾ ਨਾਮ ਹੈਗਾ ਆ, ਅਤੇ ਟਰਾਈਬਸ ਜਿਹੜੇ ਯਾਨੀ ਕਿ ਪਿਛੜੇ ਹੋਏ ਲੋਕ ਹੁੰਦੇ ਆ, ਟੂ ਸਿਟੀ ਡਿਵੈਲਰਸ ਬਹੁਤ ਅੱਛਾ ਸ਼ਬਦ ਆ, ਜਿਹੜੇ ਲੋਕ ਸਿਟੀ ਦੇ ਵਿੱਚ ਰਹਿੰਦੇ ਹਨ, ਇੰਡੀਆ ਐਂਡ ਯੂਰਪ। ਪਾਰਟੀਸਪੈਂਟਸ ਵਰ ਆਸਕਡ ਵੈਦਰ ਦੇ ਥੋਟ ਦ ਪੀਪਲ ਲਾਫਿੰਗ ਵਰ ਫਰੈਂਡਸ। ਤਾਂ ਉਹਨਾਂ ਨੂੰ ਪੁੱਛਿਆ ਗਿਆ ਪਾਰਟੀਸਪੈਂਟਸ ਨੂੰ ਕਿ ਜਿਹੜੇ ਲੋਕ ਲਾਫ ਕਰ ਰਹੇ ਨੇ ਉਹ ਫਰੈਂਡਸ ਹੈਗੇ ਆ ਜਾਂ ਫਿਰ ਅਜਨਬੀ ਹੈਗੇ ਆ, ਔਰ ਸਟ੍ਰੇਂਜਰਸ। ਔਨ ਐਵਰੇਜ ਦ ਰਿਜ਼ਲਟਸ ਵਰ ਰਿਮਾਰਕੇਬਲੀ ਕੰਸਿਸਟੈਂਟ। ਰਿਮਾਰਕੇਬਲੀ ਹੁੰਦਾ ਕਿ ਸਰਪ੍ਰਾਈਜ਼ਿੰਗਲੀ ਜਾਂ ਬਹੁਤ ਜ਼ਿਆਦਾ ਜਿਹਨੂੰ ਮਾਰਕ ਕਰਿਆ ਜਾ ਸਕੇ, ਰਿਮਾਰਕੇਬਲੀ ਜਿਹਨੂੰ ਮਾਰਕ ਕਰਿਆ ਜਾ ਸਕੇ, ਕੰਸੀਡਰ ਕਰਿਆ ਜਾ ਸਕੇ। ਦ ਰਿਜ਼ਲਟਸ ਵਰ ਰਿਮਾਰਕੇਬਲੀ ਕੰਸਿਸਟੈਂਟ ਹੁੰਦੇ ਆ ਕਿ ਲਗਾਤਾਰ ਸੇਮ ਸੀ, ਲਗਾਤਾਰ ਸੇਮ ਸੀ ਜਾਂ ਕੰਟੀਨਿਊਟੀ ਦੇ ਵਿੱਚ ਸੀ ਵਰਲਡ ਵਾਈਡ, ਸਾਰੀ ਦੁਨੀਆ ਦੇ ਵਿੱਚ। ਪੀਪਲਜ਼ ਗੈਸ ਵਰ ਕਰੈਕਟ ਅਪਰੋਕਸੀਮੇਟਲੀ 60% ਆਫ ਦਾ ਟਾਈਮ। ਜ਼ਿਆਦਾਤਰ ਲੋਕਾਂ ਦੇ ਜਿਹੜੇ ਗੈਸ ਸੀ ਉਹ ਤੁੱਕੇ ਲਗਾ ਰਹੇ ਸੀ, ਉਹ ਕੀ ਸੀ 60% ਤੱਕ ਸਹੀ ਸੀ ਉਹਨਾਂ ਦੇ। ਸੋ ਪੈਰਾਗ੍ਰਾਫ ਪੜ੍ਹ ਲਿਆ ਹੈਗਾ, ਆਪਾਂ ਹੁਣ ਕੁਐਸਚਨਸ 'ਤੇ ਆਉਂਦੇ ਜੀ। ਵਾਟ ਮੇਕਸ ਸੰਤਾ ਕਰੂਜ਼ ਸਟੱਡੀ ਪਰਟੀਕੂਲਰਲੀ ਸਿਗਨੀਫਿਕੈਂਟ। ਜਿਹੜੀ ਸੰਤਾ ਕਰੂਜ਼ ਦੀ ਸਟੱਡੀ ਸੀ ਉਹਨੂੰ ਪਰਟੀਕੂਲਰਲੀ ਕਿਸ ਚੀਜ਼ ਨੇ ਇੰਪੋਰਟੈਂਟ ਬਣਾਇਆ, ਸਿਗਨੀਫਿਕੈਂਟ ਹੁੰਦਾ ਹੈ, ਯੂਜ਼ਫੁਲ, ਬਹੁਤ ਜ਼ਿਆਦਾ ਯੂਜ਼ਫੁਲ ਬਣਾਇਆ, ਇੰਪੋਰਟੈਂਟ ਬਣਾਇਆ। ਆਪਸ਼ਨਸ ਦੇਖਦੇ ਹਾਂ ਜੀ। ਦ ਵੇਰੀਅਸ ਡਿਫਰੈਂਟ ਟਾਈਪਸ ਆਫ ਲਾਫਟਰ ਦੈਟ ਵਰ ਸਪਲਾਈਡ। ਤਾਂ ਇਹ ਜਿਹੀ ਕੋਈ ਗੱਲ ਨਹੀਂ ਹੋਈ ਕਿ ਡਿਫਰੈਂਟ ਟਾਈਪ ਦੇ ਲਾਫਟਰ ਸੀ ਉੱਥੇ। ਦ ਸਿਮਿਲਰ ਰਿਜ਼ਲਟਸ ਪ੍ਰੋਡਿਊਸਡ ਬਾਈ ਅ ਵਾਈਡ ਰੇਂਜ ਆਫ ਕਲਚਰਸ। ਇਹ ਜ਼ਰੂਰ ਗੱਲ ਹੋਈ ਹੈ ਲਾਸਟ ਲਾਈਨ ਦੇ ਵਿੱਚ ਕਿ ਡਿਫਰੈਂਟ ਲੋਕਾਂ ਨੇ ਡਿਫਰੈਂਟ ਤਰ੍ਹਾਂ ਦੇ ਯਾਨੀ ਕਿ ਕਲਚਰ ਸੀ, ਪਰ ਉਹਨਾਂ ਦੇ ਜਿਹੜੇ ਰਿਜ਼ਲਟ ਸੀ ਉਹ ਸੇਮ ਸੀ। ਔਨ ਐਵਰੇਜ ਦ ਰਿਜ਼ਲਟਸ ਵਰ ਰਿਮਾਰਕੇਬਲੀ ਕੰਸਿਸਟੈਂਟ ਵਰਲਡ ਵਾਈਡ। ਪੀਪਲਜ਼ ਗੈਸ ਵਰ ਕਰੈਕਟ ਅਪਰੋਕਸੀਮੇਟਲੀ 60% ਆਫ ਦਾ ਟਾਈਮ। ਸੋ ਇੱਥੋਂ ਇਹਦਾ ਆਨਸਰ B ਲੱਗ ਸਕਦਾ ਹੈਗਾ, ਪਰ ਆਪਾਂ ਬਾਕੀ ਆਪਸ਼ਨ ਹੀ ਪੜ੍ਹਦੇ ਹਾਂ। ਦ ਨੰਬਰ ਆਫ ਡਿਫਰੈਂਟ ਅਕੈਡਮਿਕ ਡਿਸਿਪਲਨਸ ਇਨਵੋਲਵਡ। ਇਹਦੀ ਜ਼ਰੂਰ ਉੱਪਰ ਗੱਲ ਹੋਈ ਹੈਗੀ ਆ ਕਿ ਡਿਫਰੈਂਟ ਸਾਇੰਟਿਸਟ ਇਹਦੇ ਵਿੱਚ ਇਨਵੋਲਵ ਸੀ, ਪਰ ਇਹਦੇ ਵਿੱਚ ਕੋਈ ਇਹਦੀ ਗੱਲ ਨਹੀਂ ਹੋਈ ਕਿ ਇਹ ਉੱਤੇ ਕਿਤੇ ਮੈਨੇ ਐਮਫੇਸਾਈਜ਼ ਨਹੀਂ ਕਰਿਆ ਕਿ ਇਹ ਸਿਗਨੀਫਿਕੈਂਟ ਹੈਗਾ ਜਾਂ ਨਹੀਂ ਹੈਗਾ, ਜਸਟ ਲਿਖਤਾ ਕਿ ਇਸ ਤਰ੍ਹਾਂ ਦਾ ਹੈਗਾ। ਇਸੇ ਕਰਕੇ ਆਪਾਂ ਇਹਦਾ ਆਨਸਰ C ਨਹੀਂ ਲਗਾਵਾਂਗੇ। ਬਾਕੀ ਮੇ ਵੀ ਤੁਸੀਂ ਸ਼ਾਇਦ C ਲਗਾਇਆ ਹੋਵੇ, ਪਰ ਇਹਦਾ ਮੇਜਰ ਕਾਰਨ ਇਹ ਸੀ ਕਿ ਸਿਗਨੀਫਿਕੈਂਟ ਦੀ ਗੱਲ ਨਹੀਂ ਹੋਈ ਉਹਦੇ ਉੱਤੇ। ਦੇ ਮੇਕ the many kinds of people whose laughter were recorded। ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਬਹੁਤ ਹੀ ਡਿਫਰੈਂਟ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਦੀ ਲਾਫਟਰ ਰਿਕਾਰਡ ਕਰੀ ਗਈ। ਸੋ ਇਹਦਾ B ਆਨਸਰ ਬੜਾ ਕਲੀਅਰਲੀ ਸੀ। ਸੋ ਬਾਕੀ ਹਲੇ ਆਸਟ੍ਰੇਲੀਅਨ ਯੂਨੀਵਰਸਿਟੀ ਦੀ ਕੋਈ ਗੱਲ ਨਹੀਂ ਹੋਈ। ਪਿੱਛੇ ਯੈਸ ਨੋ ਦੇ ਵਿੱਚ ਜ਼ਰੂਰ ਗੱਲ ਹੋਈ ਹੈਗੀ ਆ। ਪਾਰਟੀਸਪੈਂਟਸ ਇਨ ਸੰਤਾ ਕਰੂਜ਼ ਸਟੱਡੀ ਵਰ ਮੋਰ ਐਕੂਰੇਟ ਐਟ ਆਈਡੈਂਟੀਫਾਈਂਗ ਦ ਲਾਫਸ ਆਫ ਫਰੈਂਡਸ ਦੈਨ ਦੋਜ਼ ਆਫ ਸਟ੍ਰੇਂਜਰਸ। ਸੋ ਆਪਾਂ ਸਾਰਾ ਪੈਸੇ ਪੜ੍ਹ ਲਿਆ ਹੈਗਾ। ਇਹਦੀ ਪੰਜਾਬੀ ਬਣਾ ਕੇ ਦੇਖੋ 37 ਦੀ। ਪਾਰਟੀਸਪੈਂਟ ਸੀ ਜਿਹੜੇ ਯਾਨੀ ਕਿ ਡਿਫਰੈਂਟ ਗਰੁੱਪਸ ਦੇ ਪਾਰਟੀਸਪੈਂਟ ਸੀ ਸੰਤਾ ਕਰੂਜ਼ ਸਟੱਡੀ ਦੇ ਵਿੱਚ, ਵਰ ਮੋਰ ਐਕੂਰੇਟ, ਉਹ ਜ਼ਿਆਦਾ ਐਕੂਰੇਟ ਸੀ ਇਨ ਆਈਡੈਂਟੀਫਾਈਂਗ ਦ ਲਾਫਸ ਆਫ ਫਰੈਂਡਸ ਦੀ ਜਿਹੜੀ ਲਾਫ ਸੀ ਉਹਨੂੰ ਆਈਡੈਂਟੀਫਾਈ ਕਰਨ ਸੀ, ਦੈਨ ਦੋਜ਼ ਆਫ ਸਟ੍ਰੇਂਜਰਸ। ਇਹੋ ਜਿਹੀ ਸਾਰੇ ਪੈਸੇ 'ਚ ਕਿਤੇ ਗੱਲ ਨਹੀਂ ਹੋਈ। ਇਸ ਕਰਕੇ ਜਿਹੜਾ ਇਹਦਾ ਆਨਸਰ ਹੈਗਾ ਉਹ ਕੀ ਆ ਗਿਆ, ਨੋਟ ਗਿਵਨ ਆ ਗਿਆ ਹੈਗਾ। ਠੀਕ ਹੈ ਜੀ, ਡਾਇਰੈਕਟਲੀ ਕਿਤੇ ਇਹੋ ਜਿਹੀ ਗੱਲ ਨਹੀਂ ਹੋਈ ਕਿ ਉਹਨੂੰ ਆਈਡੈਂਟੀਫਾਈ ਕਰਨ ਜ਼ਿਆਦਾ ਐਕੂਰੇਸੀ ਸੀ ਫਰੈਂਡਸ ਨੂੰ ਐਜ਼ ਕੰਪੇਅਰ ਟੂ ਸਟ੍ਰੇਂਜਰਸ। अपने फर्स्ट 3 पैसेज हो चुके हैं जी। सो लेट्स मूव टू द नेक्स्ट पैसेज। थोड़ा जिहा वड्डा हैगा पैसेज, मे बी इन्हूं आपां अद्धा ही पढ़ीए पहला। Researchers have also found that different types of laughter serve as codes to complex human social hierarchy। ਜਿਹੜੇ ਰਿਸਰਚਰਸ ਨੇ ਉਹਨਾਂ ਨੇ ਇਹ ਵੀ ਚੀਜ਼ ਨੋਟਿਸ ਕਰੀ ਆ ਕਿ ਡਿਫਰੈਂਟ ਕਾਈਂਡ ਦਾ ਜਿਹੜਾ ਲਾਫਟਰ ਆ ਉਹਦੇ ਵਿੱਚ ਇੱਕ ਕੋਡ ਆ ਟੂ ਕੰਪਲੈਕਸ ਹਿਊਮਨ ਸੋਸ਼ਲ ਹਾਇਰਾਰਕੀਜ਼।
ਹਾਇਰਾਰਕੀਜ਼ ਹੁੰਦੀਆਂ ਨੇ ਕਿ ਸੋਸ਼ਲ ਸਟਰਕਚਰ ਹੋ ਗਈ ਹੈ। ਸੋਸ਼ਲ ਸਟਰਕਚਰ ਮੈਂ ਤੁਹਾਨੂੰ ਸਮਝਾਉਣਾ, ਹਾਇਰਾਰਕੀ ਬੜਾ ਇੰਪੋਰਟੈਂਟ ਸ਼ਬਦ ਆ। ਮੰਨ ਲਓ ਹੁਣ ਕੋਈ ਕੰਪਨੀ ਆ, ਕੰਪਨੀ ਦਾ ਪਹਿਲਾਂ CEO ਹੁੰਦਾ ਆ, ਫਿਰ ਉਹਦੇ ਨੀਚੇ ਅਸਿਸਟੈਂਟ CEO ਹੁੰਦਾ ਹੋਊਗਾ, ਫਿਰ ਨੀਚੇ ਉਹਦੇ ਡਾਇਰੈਕਟਰਸ ਹੁੰਦੇ ਆ, ਫਿਰ ਡਾਇਰੈਕਟਰ ਦੇ ਅੰਦਰ ਮੈਨੇਜਰਸ ਹੁੰਦੇ ਆ, ਮੈਨੇਜਰ ਦੇ ਅੰਦਰ ਅਸਿਸਟੈਂਟ ਮੈਨੇਜਰ ਹੁੰਦੇ ਆ, ਅਸਿਸਟੈਂਟ ਮੈਨੇਜਰ ਦੇ ਅੰਦਰ ਨੀਚੇ ਵਰਕਰ ਹੁੰਦੇ ਆ। ਇਹ ਸਾਰੀ ਹਾਇਰਾਰਕੀ ਹੈ ਜਿਹੜੀ ਕਿ ਸਟਰਕਚਰ ਆ, ਉਸ ਚੀਜ਼ ਦੀ ਗੱਲ ਕਰ ਰਿਹਾ ਹਾਇਰਾਰਕੀ। ਇਹ ਕਹਿੰਦਾ ਵੀ ਡਿਫਰੈਂਟ ਕੰਪਲੈਕਸ ਹਿਊਮਨ ਹਾਇਰਾਰਕੀਜ਼ ਦੇ ਅਕੋਰਡਿੰਗ ਜਿਹੜਾ ਲਾਫਟਰ ਉਹਦੇ ਵਿੱਚ ਇੱਕ ਕੋਡ ਹੁੰਦਾ ਹੈਗਾ ਆ। ਅੱਗੇ ਦੇਖਦੇ ਹਾਂ ਵੀ ਕੀ ਕਹਿ ਰਿਹਾ ਹੈ। ਅ ਟੀਮ ਲੈਡ ਬਾਏ ਕ੍ਰਿਸਟੋਫਰ ਓਵੇਸਿਸ ਫਰੋਮ ਦਾ ਯੂਨੀਵਰਸਿਟੀ ਆਫ ਕੈਲੀਫੋਰਨੀਆ। ਕ੍ਰਿਸਟੋਫਰ ਓਵੇਸਿਸ ਸੀ ਕੋਈ ਸਾਇੰਟਿਸਟ, ਉਹਦੀ ਯੂਨੀਵਰਸਿਟੀ ਇਨ ਕੈਲੀਫੋਰਨੀਆ 'ਚ ਸੈਨ ਡਿਆਗੋ, found that high status individuals had different laughter। ਹਾਈ ਸਟੇਟਸ, ਜਿਨ੍ਹਾਂ ਦਾ ਸਟੇਟਸ ਜ਼ਿਆਦਾ ਹੁੰਦਾ ਹੈ ਉਹ ਡਿਫਰੈਂਟ ਵੇ ਨਾਲ ਹੱਸਦੇ ਆ ਫਰੋਮ ਲੋ ਸਟੇਟਸ ਇੰਡੀਵਿਜੂਅਲ। ਕਹਿੰਦਾ ਭਾਵ ਮੰਨ ਲਓ ਜਿਹੜਾ ਮੈਨੇਜਰ ਆ ਉਹਦਾ ਹਾਸਾ ਡਿਫਰੈਂਟ ਹੋਊਗਾ ਦੈਨ ਉਹਦਾ ਜੂਨੀਅਰ ਮੈਨੇਜਰ ਨਾਲੋਂ, ਜਾਂ ਫਿਰ ਜਿਹੜਾ ਉਹਦਾ ਸਟਾਫ ਹੈਗਾ ਆ। ਐਂਡ ਦੈਟ strangers judgments of an individual's social status were influenced by the dominant or submissive quality of their laughter। ਤੇ the stranger's judgment, ਇਹ ਕਿ ਬੜੀਆਂ ਅਜੀਬ ਸਟ੍ਰੇਂਜ ਹੁੰਦੇ ਨੇ, ਡਿਫਰੈਂਟ ਜਾਂ ਯੂਨੀਕ ਜਾਂ ਅਜੀਬ ਕਹਿ ਸਕਦੇ ਹਾਂ, ਅਜੀਬ ਜਜਮੈਂਟ ਆਫ ਇੰਡੀਵਿਜੂਅਲ ਸੋਸ਼ਲ ਸਟੇਟਸ ਫਰੋਮ ਇਨਫਲੂਐਂਸ ਬਾਈ ਦਾ ਡੋਮੀਨੈਂਟ ਔਰ ਸਬਮਿਸਿਵ ਕੁਆਲਿਟੀ ਆਫ ਦੇਅਰ ਲਾਫਟਰ। ਡੋਮੀਨੈਂਟ ਹੁੰਦਾ ਜੇ ਬੰਦਾ ਬਹੁਤ ਲਾਊਡਲੀ ਲਾਫ ਕਰ ਰਿਹਾ, ਸਬਮਿਸਿਵ ਜੇ ਬੜਾ ਯਾਨੀ ਕਿ ਆਰਾਮ ਦੇ ਨਾਲ ਹੱਸ ਰਿਹਾ ਹੈਗਾ ਆ, ਤਾਂ ਯਾਨੀ ਕਿ ਉਹ ਡੋਮੀਨੈਂਟ ਅਤੇ ਜਿਹੜਾ ਆਰਾਮ ਨਾਲ ਹਾਸਾ ਆ ਉਹਦੇ ਨਾਲ ਵੀ ਬੰਦੇ ਦੀ ਜਿਹੜੇ ਲੋਕ ਉਹਨੂੰ ਜੱਜ ਕਰਦੇ ਆ ਉਹਦਾ ਯਾਨੀ ਕਿ ਸੋਸ਼ਲ ਸਟੇਟਸ ਨੂੰ ਇਨਫਲੂਐਂਸ ਕਰਦੀ ਹੈ। ਮੰਨ ਲਓ ਕਿ ਬੰਦਾ ਬਹੁਤ ਲਾਊਡਲੀ ਹੱਸ ਰਿਹਾ ਤਾਂ ਲੋਕ ਜੱਜ ਕਰਨੇ ਕਿ ਇਹ ਹਾਈ ਸਟੇਟਸ ਦੇ ਉੱਤੇ ਆ, ਪਰ ਜੇ ਕੋਈ ਬੰਦਾ ਥੋੜ੍ਹਾ ਸਲੋਲੀ ਹੱਸ ਰਿਹਾ ਹੈਗਾ ਆ ਤਾਂ ਉਹ ਬੰਦਾ ਜੱਜ ਕਰ ਸਕਦਾ ਕਿ ਇਹ ਬੰਦਾ ਲੋਅ ਰੈਂਕ ਦਾ ਹੈਗਾ ਆ। ਸੋ ਇਹਦੇ ਵਿੱਚ ਕਨੈਕਸ਼ਨ ਦੇਖਿਆ ਗਿਆ ਹੈਗਾ ਲੋਕਾਂ ਦੀ ਜਜਮੈਂਟ ਦੇ ਵਿੱਚ। ਇਨ ਦੇਅਰ ਸਟੱਡੀ 48 ਮੇਲ college students were randomly assigned to group of 4, यानी कि 48 मेल स्टूडेंट्स लेते गए तो असाइंड टू ग्रुप्स ऑफ 4, तो चार के ग्रुप बना दिते गए, with each group composed of 2 low status member who had just joined their college fraternity group। कोई कॉलेज ग्रुप हैगा सी ਉਹਨਾਂ ਨੂੰ ਜਿਹਨਾਂ ਨੇ ਜੁਆਇਨ ਕਰੀ, ਮਤਲਬ ਨਿਊ ਕਮਰ ਸੀ ਗਰੁੱਪ ਦੇ ਵਿੱਚ, ਅਤੇ 2 ਹਾਈ ਸਟੇਟਸ ਮੈਂਬਰ ਸੀ ਜਿਹੜੇ ਗਰੁੱਪ ਦੇ ਵਿੱਚ ਪੁਰਾਣੇ ਸੀ। ਓਲਡਰ ਸਟੂਡੈਂਟਸ ਹੂ ਹੈਡ ਬੀਨ ਐਕਟਿਵ ਇਨ ਦਾ ਫਰਟਰਨਿਟੀ ਫਾਰ ਲਾਸਟ 2 ਈਅਰਸ। ਮੰਨ ਲਓ ਕੋਈ ਗਰੁੱਪ ਸੀ ਕਾਲਜ ਦੇ ਵਿੱਚ ਬਣਿਆ ਹੋਇਆ, ਕੋਈ ਕਲੱਬ ਬਣਿਆ ਹੋਇਆ ਸੀ, ਉਹ 'ਚ ਦੋ ਪੁਰਾਣੇ ਸਟੂਡੈਂਟ ਲੈਤੇ, ਉਹਨੇ 2 ਨਵੇਂ ਸਟੂਡੈਂਟ ਲੈਤੇ, ਅਤੇ 4 ਬੱਚਿਆਂ ਦਾ ਗਰੁੱਪ ਬਣਾਤਾ। ਲਾਫਟਰ ਵਾਜ਼ ਰਿਕਾਰਡਡ ਐਜ਼ ਈਚ ਸਟੂਡੈਂਟ ਟੁੱਕ ਅ ਟਰਨ ਐਟ ਬੀਂਗ ਟੀਜ਼ਡ ਬਾਈ ਅਦਰਸ। ਟੀਜ਼ ਹੁੰਦਾ ਆ ਕਿ ਆਪਾਂ ਕਿਸੇ ਦਾ ਮਜ਼ਾਕ ਉਡਾਉਣਾ, ਤਾਂ ਉਹਨਾਂ ਦੀ ਆਵਾਜ਼ ਰਿਕਾਰਡ ਕਰੀ ਗਈ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਟਰਨ ਹੈਗੀ, ਇੱਕ ਦੂਸਰੇ ਨੂੰ ਤੁਹਾਨੇ ਟੀਜ਼ ਕਰਨਾ ਹੈਗਾ, ਮਜ਼ਾਕ ਉਡਾਉਣਾ। ਇਨਵੋਲਵਿੰਗ ਦਾ ਯੂਜ਼ ਆਫ ਮਾਈਲਡਲੀ ਇਨਸਲਟਿੰਗ ਨਿਕਨੇਮਸ, ਤਾਂ ਇਨਸਲਟਿੰਗ ਨਿਕਨੇਮਸ ਵੀ ਯੂਜ਼ ਕਰ ਸਕਦੇ ਸੀ ਉਹ। ਐਨਾਲਾਈਜ਼ਿੰਗ ਰਿਵੀਲਡ ਮਤਲਬ ਡਿਸਕਲੋਜ਼ ਕਰਿਆ, ਐਨਾਲਿਸਿਸ ਨੇ ਰਿਵੀਲ ਕਰਿਆ ਦੈਟ ਐਜ਼ ਐਕਸਪੈਕਟਡ ਹਾਈ ਸਟੇਟਸ ਇੰਡੀਵਿਜੂਅਲ ਪ੍ਰੋਡਿਊਸਡ ਮੋਰ ਡੋਮੀਨੈਂਟ ਲਾਫਸ, ਕਿ ਜਿਵੇਂ ਐਕਸਪੈਕਟ ਕਰਿਆ ਜਾ ਰਿਹਾ ਸੀ ਕਿ ਜਿਹੜੇ ਹਾਈ ਸਟੇਟਸ ਇੰਡੀਵਿਜੂਅਲ ਨੇ ਉਹਨਾਂ ਨੇ ਜ਼ਿਆਦਾ ਡੋਮੀਨੇਟਿੰਗ ਲਾਫ ਹਾਸਾ ਕਰਿਆ, ਐਂਡ ਫਿਊਵਰ ਸਬਮਿਸਿਵ ਲਾਫਸ, ਅਤੇ ਉਹਨਾਂ ਦੇ ਜਿਹੜੇ ਯਾਨੀ ਕਿ ਲੈਸ ਡੋਮੀਨੇਟਿੰਗ ਲਾਫਸ ਥੋੜ੍ਹੀਆਂ ਸੀ ਰਿਲੇਟਿਵ ਟੂ ਲੋ ਸਟੇਟਸ ਇੰਡੀਵਿਜੂਅਲ, ਜੋ ਲੋ ਸਟੇਟਸ ਇੰਡੀਵਿਜੂਅਲ ਸੀ। ਮੀਨਵਾਈਲ ਲੋ ਸਟੇਟਸ ਇੰਡੀਵਿਜੂਅਲਸ ਵਰ ਮੋਰ ਲਾਈਕਲੀ ਟੂ ਚੇਂਜ ਦੇਅਰ ਲਾਫਟਰ, ਜਿਹੜੀ ਯਾਨੀ ਕਿ ਲੋ ਸਟੇਟਸ ਇੰਡੀਵਿਜੂਅਲ ਸੀ ਉਹਨਾਂ ਦਾ ਜਿਹੜਾ ਲਾਫਟਰ ਸੀ ਉਹ ਚੇਂਜ ਹੋਇਆ ਬੇਸਡ ਔਨ ਦੇਅਰ ਪੋਜੀਸ਼ਨ ਆਫ ਪਾਵਰ, ਜਦੋਂ ਉਹਨਾਂ ਦੀ ਪੋਜੀਸ਼ਨ ਆਫ ਪਾਵਰ ਨੂੰ ਚੇਂਜ ਕਰਿਆ ਗਿਆ। ਦੈਟ ਇਜ਼ ਦ ਨਿਊ ਕਮਰ ਪ੍ਰੋਡਿਊਸਡ ਮੋਰ ਡੋਮੀਨੈਂਟ ਲਾਫਸ, ਜਿਹੜਾ ਨਿਊ ਕਮਰ ਸੀ ਉਹਨੇ ਜ਼ਿਆਦਾ ਡੋਮੀਨੈਂਟ ਲਾਫ ਕਰਿਆ ਵੈਨ ਦੇ ਵਰ ਇਨ ਪਾਵਰਫੁਲ ਰੋਲਸ ਆਫ ਟੀਚਿੰਗ, ਜਦੋਂ ਉਹਨਾਂ ਦਾ ਰੋਲ ਚੇਂਜ ਕਰਿਆ ਗਿਆ ਕਿ ਉਹ ਉਹਨਾਂ ਨੂੰ ਟੀਚ ਕਰਨ ਦੇ ਲਈ ਕਿਹਾ ਗਿਆ ਕਿ ਤੁਸੀਂ ਟੀਚ ਕਰੋ। ਜਦੋਂ ਟੀਚ ਕਰ ਰਹੇ ਨੇ ਦੈਟ ਮੀਨਸ ਦੇ ਜਿਹੜੇ ਯਾਨੀ ਕਿ ਨਵੇਂ ਸਟੂਡੈਂਟ ਸੀ, ਜਦੋਂ ਉਹਨੂੰ ਟੀਚ ਕਰਨ ਲਈ ਕਿਹਾ ਗਿਆ ਤਾਂ ਉਹ ਪਾਵਰਫੁਲ ਰੋਲ ਦੇ ਵਿੱਚ ਚਲੇ ਗਏ ਆ। ਡੋਮੀਨੈਂਟ ਲਾਫਟਰ ਵਾਜ਼ ਹਾਇਰ ਇਨ ਪਿਚ, ਜਿਹੜੇ ਡੋਮੀਨੈਂਟ ਲਾਫਟਰ ਸੀ ਉਹ ਹਾਇਰ ਇਨ ਪਿਚ ਸੀ, ਲਾਊਡਰ ਸੀ, ਐਂਡ ਮੋਰ
ਵੇਰੀਏਬਲ ਇਨ ਟੋਨ ਦੈਨ ਸਬਮਿਸਿਵ ਲਾਫਟਰ, ਤੇ ਉਹ ਜ਼ਿਆਦਾ ਵੇਰੀ ਕਰ ਰਹੇ ਸੀ ਜਿਹੜੀ ਯਾਨੀ ਕਿ ਆਰਾਮ ਵਾਲੇ ਹਾਸੇ ਦੇ ਨਾਲੋਂ। ਸੋ ਓਵਰਆਲ ਇਹਦੇ ਵਿੱਚ ਗੱਲ ਕੀ ਹੋਈ ਆ ਕਿ 48 ਮੇਲਸ ਲਏ ਗਏ ਆ, ਜਿਹੜੇ 48 ਮੇਲਸ ਸੀ ਉਹਨਾਂ ਦੇ ਯਾਨੀ ਗਰੁੱਪ ਬਣਾ ਦਿੱਤੇ ਗਏ 4-4 ਬੱਚਿਆਂ ਦੇ। ਜਿਹੜੇ 4 ਬੱਚੇ ਸੀ ਉਹਨਾਂ ਵਿੱਚੋਂ 2 ਯਾਨੀ ਕਿ ਸੀਨੀਅਰ ਬੱਚੇ ਸੀ, 2 ਜੂਨੀਅਰ ਬੱਚੇ ਸੀ। ਫਿਰ ਉਹਨਾਂ ਨੂੰ ਹੱਸਣ ਦੇ ਲਈ ਕਿਹਾ ਗਿਆ, ਉਹਨਾਂ ਦੀ ਆਵਾਜ਼ ਰਿਕਾਰਡ ਕਰੀ ਗਈ। ਜਦੋਂ ਹੱਸੇ ਆ ਤੇ ਹਾਂ ਹੱਸਣਾ ਵੀ ਕਿਵੇਂ ਕਿਹਾ ਗਿਆ, ਉਹਨਾਂ ਨੂੰ ਟੀਜ਼ ਕਰਨ ਲਈ ਕਿਹਾ ਗਿਆ, ਇੱਕ ਦੂਸਰੇ ਨੂੰ ਟੀਜ਼ਿੰਗ ਦੀ ਵੀ ਉਹਨਾਂ ਦੀਆਂ ਬਾਰੀਆਂ ਬੰਨ ਦਿੱਤੀਆਂ ਗਈਆਂ, ਟਰਨ ਰੱਖੀ ਗਈ। ਜਦੋਂ ਯਾਨੀ ਕਿ ਜਿਹੜੇ ਸੀਨੀਅਰ ਬੱਚੇ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੂਨੀਅਰ ਨੂੰ ਟੀਜ਼ ਕਰੋ, ਤਾਂ ਉਹ ਡੋਮੀਨੇਟ ਹਾਸਾ ਹੱਸਦੇ ਸੀ ਅਤੇ ਸਮਟਾਈਮ ਜੋ ਹੌਲੀ ਵੀ ਹੱਸਦੇ ਸੀ। ਉਹ ਜੱਜ ਹੋ ਰਿਹਾ ਸੀ। ਇਸ ਤੋਂ ਬਾਅਦ ਜਦੋਂ ਯਾਨੀ ਕਿ ਲੋ ਸਟੇਟਸ ਨੂੰ ਯਾਨੀ ਕਿ ਕਿਹਾ ਗਿਆ ਵੀ ਹੁਣ ਤੁਸੀਂ ਟੀਜ਼ ਕਰੋ, ਤਾਂ ਉਹ ਜਿਹੜੇ ਉਹਨਾਂ ਦੀ ਯਾਨੀ ਕਿ ਜਿਹੜਾ ਹਾਸਾ ਸੀ ਉਹ ਮੋਰ ਡੋਮੀਨੇਟਿੰਗ ਸੀ, ਜ਼ਿਆਦਾ ਲਾਊਡਲੀ ਹੱਸਦੇ ਸੀ ਉਹ, ਅਤੇ ਬਹੁਤ ਜ਼ਿਆਦਾ ਉਹਦੀ ਜਿਹੜੀ ਟੋਨ ਸੀ ਵੇਰੀ ਵੀ ਕਰ ਰਹੀ ਸੀ। ਕੁਛ ਇਸ ਤਰ੍ਹਾਂ ਦੀ ਗੱਲ ਚੱਲੀ ਹੈਗੀ, ਹਲਕਾ ਜਿਹਾ ਕਨਫਿਊਜ਼ਿੰਗ ਜ਼ਰੂਰ ਹੈਗਾ। ਲੈਟਸ ਸੀ ਵਿਚ ਆਫ ਦਾ ਫੋਲੋਇੰਗ ਹੈਪਨਡ ਇਨ ਦਾ ਸੈਨ ਡਿਆਗੋ ਸਟੱਡੀ। ਕੀ ਹੋਇਆ ਨਿਚਲੀ ਸਟੱਡੀ ਦੇ ਵਿੱਚ? ਸਮ ਪਾਰਟੀਸਪੈਂਟਸ ਬਿਕੇਮ ਵੈਰੀ ਅਪਸੈਟ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਕਿ ਅਪਸੈਟ ਹੋ ਗਿਆ। ਪਾਰਟੀਸਪੈਂਟਸ ਐਕਸਚੇਂਜ ਰੋਲ ਜ਼ਰੂਰ ਐਕਸਚੇਂਜ ਕਰਿਆ, ਉਹ ਟਰਨ ਲੈਂਦੇ ਸੀ ਕਿ ਕਦੇ ਕੋਈ ਟੀਚ ਕਰਦਾ ਸੀ, ਕੋਈ ਟੀਚ ਕਰਦਾ ਸੀ, ਇਹ ਹੋ ਸਕਦਾ ਹੈਗਾ। ਪਾਰਟੀਸਪੈਂਟਸ ਹੂ ਹੈਡ ਨਾਟ ਮੈਟ ਬਿਫੋਰ ਬਿਕੇਮ ਫਰੈਂਡ। ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਸਮ ਪਾਰਟੀਸਪੈਂਟਸ ਵਰ ਅਨਏਬਲ ਟੂ ਲਾਫ। ਕੁਛ ਪਾਰਟੀਸਪੈਂਟਸ ਹਾਸੇ ਨਹੀਂ, ਇਹਦੀ ਕੋਈ ਗੱਲ ਨਹੀਂ ਹੋਈ। ਤਾਂ ਬੜੇ ਆਰਾਮ ਨਾਲ ਇਹਦਾ ਆਂਸਰ ਬੜੇ ਈਜ਼ਲੀ ਬੀ ਆਂਸਰ ਆ ਗਿਆ ਹੈਗਾ। ਆਸਟ੍ਰੇਲੀਅਨ ਸਟੱਡੀ ਦੀ ਹਾਲੇ ਕੋਈ ਗੱਲ ਨਹੀਂ ਹੋਈ, ਅਤੇ ਆਪਾਂ ਯੈਸ ਨੋ ਨਾਟ ਗਿਵਨ 'ਤੇ ਚੱਲਦੇ ਹਾਂ ਜੀ। Researchers in the San Diego study were corrected in their prediction regarding the behavior of high status individual। ਜਿਹੜੇ ਰਿਸਰਚਰ ਸੀ ਉਹ ਕਰੈਕਟ ਸੀ ਜੋ ਉਹਨਾਂ ਨੇ ਪ੍ਰੈਡਿਕਟ ਕਰਿਆ ਸੀ ਕਿ ਹਾਈ ਸਟੇਟਸ ਇੰਡੀਵਿਜੂਅਲ ਦਾ ਕੀ ਬਿਹੇਵੀਅਰ ਰਹੂਗਾ। ਸੋ ਇਟ ਇਜ਼ ਨਾਟ ਸ਼ੋਰ ਕਿ ਇਹਦੇ ਵਿੱਚ ਹੈਗਾ ਆਂਸਰ ਕਿ ਨਹੀਂ ਹੈਗਾ, ਪਰ ਫਿਰ ਵੀ ਆਪਾਂ ਦੇਖ ਲੈਂਦੇ ਹੈਗੇ ਆ, ਕਿਉਂਕਿ ਸੋ ਇਹਦਾ ਆਂਸਰ ਇਸ ਲਾਈਨ ਦੇ ਵਿੱਚੋਂ ਆਇਆ ਹੈਗਾ ਆ। ਐਨਾਲਿਸਿਸ ਰਿਵੀਲਡ that as expected high status individuals produced more dominant laughs and fewer submissive laugh relative to the low status individuals। ਠੀਕ ਹੈ ਕਿ ਜਿਸ ਤਰ੍ਹਾਂ ਐਕਸਪੈਕਟਡ ਕਰਿਆ ਜਾ ਰਿਹਾ ਸੀ, ਐਨਾਲਿਸਿਸ ਨੇ ਰਿਵੀਲ ਕਰਿਆ ਕਿ ਜਿਸ ਤਰ੍ਹਾਂ ਐਕਸਪੈਕਟਡ ਕਰਿਆ ਜਾ ਰਿਹਾ ਸੀ, ਐਜ਼ ਐਕਸਪੈਕਟਡ ਤੋਂ ਹੋਇਆ ਕਿ ਜੋ ਪ੍ਰੈਡਿਕਟ ਕਰ ਰਹੇ ਸੀ। Researchers in San Diego study were correct in their prediction as expected regarding the behavior of high status individual। इस करके दा आंसर की हो गया? Yes हो गया है। So let's move to the next passage now। A random group of volunteers then listened to an equal number of dominant and submissive laughs from both of the high and low individuals। ਤਾਂ ਰੈਂਡਮ ਯਾਨੀ ਕਿ ਕੁਛ ਵੀ ਲੋਕ ਪਕੜ ਲੈਂਦੇ ਹੈਗੇ ਆ, ਡਿਫਰੈਂਟ ਵਲੰਟੀਅਰਸ ਹੁੰਦੇ ਆ ਜੋ ਫ੍ਰੀ ਦੇ ਵਿੱਚ, ਯਾਨੀ ਕਿ ਆਪਾਂ ਵਲੰਟੀਅਰ ਸੇਵਾਦਾਰਾਂ ਨੂੰ ਜਿਵੇਂ ਕਹਿ ਦਿੰਦੇ ਹੈਗੇ ਆ। ਵੈਸੇ ਵਲੰਟੀਅਰ ਉਸ ਬੰਦੇ ਨੂੰ ਕਹਿੰਦੇ ਜਿਹੜਾ ਬਿਨਾਂ ਕਿਸੇ ਪੇਮੈਂਟ ਤੋਂ ਕੋਈ ਕੰਮ ਕਰੇ, ਕਾਫੀ ਮੀਨਿੰਗ ਹੈਗਾ ਵਲੰਟੀਅਰ ਦੇ। ਰੈਂਡਮ ਗਰੁੱਪ ਆਫ ਵਲੰਟੀਅਰ ਦੈਨ ਲਿਸਨਡ ਟੂ ਐਨ ਇਕੁਅਲ ਨੰਬਰ ਆਫ ਡੋਮੀਨੈਂਟ, ਯਾਨੀ ਕਿ ਵਲੰਟੀਅਰ ਮਤਲਬ ਤੁਸੀਂ ਪਾਰਟੀਸਪੈਂਟਸ ਕਹਿ ਸਕਦੇ ਹੋ ਇੱਥੇ। ਲਿਸਨ ਟੂ ਐਨ ਇਕੁਅਲ ਨੰਬਰ ਆਫ ਡੋਮੀਨੈਂਟ ਐਂਡ ਸਬਮਿਸਿਵ। ਡੋਮੀਨੈਂਟ ਜਿਹੜੀ ਯਾਨੀ ਕਿ ਬਹੁਤ ਹੀ ਜ਼ੋਰ ਦੇ ਕੇ ਹਾਸਾ ਹੁੰਦਾ, ਜਾਂ ਸਬਮਿਸਿਵ ਜਿਹੜਾ ਬੰਦਾ ਹੌਲੀ ਆਰਾਮ ਨਾਲ ਹੱਸ ਰਿਹਾ। laughs from both high and low status individual, ਦੋਨਾਂ ਦੀ ਉਹਨਾਂ ਨੂੰ ਸੁਣਾਈ ਗਈ। and asked to estimate the social status of the laughter। ਤਾਂ ਇਹ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਜਿਹੜਾ ਬੰਦਾ ਹੱਸ ਰਿਹਾ ਹੈਗਾ ਉਹਦਾ ਕੀ ਸੋਸ਼ਲ ਸਟੇਟਸ ਆ, ਲੋ ਆ ਜਾਂ ਹਾਈ ਆ।
in line with prediction, कि जिवें predict किया जा रहा सी, laughter producing dominant laughs were perceived to be laughter producing dominant laughs, लाफर सॉरी नॉट लाफ्टर, लाफर जो हंस रहे ने बंदे, लाफर प्रोड्यूसिंग डोमिनेंट लाफ्स, जिहड़ा लाफर प्रोड्यूस कर रहे हैं डोमिनेंट लाफ्स, वर परसीव टू बी significantly higher in status than laughers producing submissive laughs। तो ਜਿਹੜੇ ਯਾਨੀ ਕਿ ਬੰਦੇ ਹੱਸ ਰਹੇ ਸੀ, ਜਿਹੜੇ ਡੋਮੀਨੇਟ ਲਾਫ ਕਰ ਰਹੇ ਸੀ, ਉਹਨਾਂ ਨੂੰ ਹਾਈ ਸਟੇਟਸ 'ਤੇ ਮੰਨਿਆ ਜਾ ਰਿਹਾ ਸੀ, ਜਿਹੜੇ ਹੌਲੀ ਹੌਲੀ ਹੱਸ ਰਹੇ ਸੀ ਉਹਨਾਂ ਨੂੰ ਲੋ ਸਟੇਟਸ 'ਤੇ ਮੰਨਿਆ ਜਾ ਰਿਹਾ ਸੀ। this was particularly true for low status individual। ਇਹ ਜਿਹੜਾ ਕਨਸੈਪਟ ਸੀ ਇਹ ਲੋ ਸਟੇਟਸ ਇੰਡੀਵਿਜੂਅਲ ਲਈ ਤਾਂ ਯਾਨੀ ਕਿ 100% ਟਰੂ ਸੀ। who were rated as significantly higher in status, ਜਿਨ੍ਹਾਂ ਨੂੰ ਯਾਨੀ ਕਿ ਜ਼ਿਆਦਾ ਸਟੇਟਸ ਹਾਇਰ ਇਨ ਸਟੇਟਸ 'ਚ ਮੰਨਿਆ ਗਿਆ when displaying dominant versus submissive laugh, ਜਦੋਂ ਉਹ ਡੋਮੀਨੈਂਟ ਅਤੇ ਸਬਮਿਸਿਵ ਲਾਫ ਡਿਸਪਲੇ ਕਰ ਰਹੇ ਸੀ। ਓਬਿਸਿਸ ਐਂਡ ਕੋਲੀਗਸ ਨੋਟ, ਉਹਨਾਂ ਨੇ ਕੋਲੀਗ ਕਰੀ ਚੀਜ਼, ਉਹਨਾਂ ਨੇ ਇਹ ਨੋਟ ਕਰੀ, ਜਿਹੜੀ ਕੌਮੇ ਦੇ ਵਿੱਚ ਗੱਲ ਹੈ ਇਹਨਾਂ ਨੇ ਨੋਟ ਕਰੀ ਹੈ। ਨੋਟ ਮਤਲਬ ਉਹਨਾਂ ਨੇ ਨੋਟ ਕਰਨ ਦੀ ਗੱਲ ਨਹੀਂ ਹੈ ਕਿ ਉਹਨਾਂ ਨੇ ਕਨਕਲੂਡ ਕਰੇ ਇੱਕ ਤਰ੍ਹਾਂ ਦਾ। thus by strategically displaying more dominant laughter when the context allow, low status individual may achieve higher status in the eyes of the others। ਤਾਂ ਜਿਹੜੇ ਲੋ ਸਟੇਟਸ ਲੋਕ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਹਾਈ ਸਟੇਟਸ ਕੰਸੀਡਰ ਕਰਿਆ ਜਾ ਰਿਹਾ ਸੀ ਲੋਕਾਂ ਦੁਆਰਾ ਉਹਨਾਂ ਦੀ ਮੋਰ ਡੋਮੀਨੇਟਿੰਗ ਲਾਫਸ ਦੇ ਵਿੱਚ। ਹਾਊਐਵਰ ਹਾਈ ਸਟੇਟਸ ਇੰਡੀਵਿਜੂਅਲਸ ਵਰ ਰੇਟਡ ਐਜ਼ ਹਾਈ ਸਟੇਟਸ ਇੰਡੀਵਿਜੂਅਲ, ਜਿਹੜੇ ਹਾਈ ਸਟੇਟਸ ਇੰਡੀਵਿਜੂਅਲ ਸੀ ਉਹਨਾਂ ਨੂੰ ਹਾਈ ਸਟੇਟਸ ਇੰਡੀਵਿਜੂਅਲ ਹੀ ਕੰਸੀਡਰ ਕਰਿਆ ਗਿਆ। ਵੈਦਰ ਦੇ ਪ੍ਰੋਡਿਊਸ ਦੇਅਰ ਨੈਚੁਰਲ ਡੋਮੀਨੈਂਟ ਲਾਫ, ਚਾਹੇ ਉਹਨਾਂ ਨੇ ਨੈਚੁਰਲ ਡੋਮੀਨੈਂਟ ਲਾਫ ਪ੍ਰੋਡਿਊਸ ਕਰੀਏ, ਔਰ ਟਰਾਈ ਟੂ ਡੂ ਸਬਮਿਸਿਵ ਵਨ, ਚਾਹੇ ਉਹਨਾਂ ਨੇ ਯਾਨੀ ਕਿ ਆਰਾਮ ਦੇ ਨਾਲ ਹੱਸਣ ਦੀ ਕੋਸ਼ਿਸ਼ ਕਰੀਏ, ਚਾਹੇ ਉਹ ਡੋਮੀਨੇਟ ਲਾਫ ਕਰ ਰਹੇ, ਲੋਕ ਉਹਨਾਂ ਨੂੰ ਹਾਈ ਸਟੇਟਸ ਹੀ ਕੰਸੀਡਰ ਕਰ ਰਹੇ ਸੀ। ਹੁਣ ਆਪਾਂ ਪੈਸੇਜ ਤੇ ਕੁਐਸਚਨਸ ਤੇ ਚੱਲਦੇ ਹਾਂ ਜੀ। ਇਨ ਦ 5th ਪੈਰਾਗ੍ਰਾਫ, what did results of San Diego study suggest? ਤਾਂ ਜਿਹੜੀ 5th ਪੈਰਾਗ੍ਰਾਫ ਜਿਹੜਾ ਆਪਾਂ ਪੜ੍ਹਿਆ ਹੈਗਾ ਉਹ 'ਚ ਸੈਨ ਡਿਆਗੋ ਸਟੱਡੀ ਨੇ ਕੀ ਸੁਜੈਸਟ ਕਰਿਆ। ਇਟ ਇਜ਼ ਕਲੀਅਰ whether a dominant laugh is produced by high or low status person। ਇਹ ਕਲੀਅਰ ਸੀ ਕਿ ਜਿਹੜੀ ਡੋਮੀਨੈਂਟ ਲਾਫ ਆ ਉਹ ਕਿਹਦੇ ਦੁਆਰਾ ਪ੍ਰੋਡਿਊਸ ਕਰੀ ਜਾ ਰਹੀ ਹੈ, ਹਾਈ ਸਟੇਟਸ ਜਾਂ ਫਿਰ ਲੋ ਸਟੇਟਸ ਬਾਰੇ ਇਹ ਕਲੀਅਰ ਨਹੀਂ ਸੀ ਹੈਗਾ। ਕਿਉਂਕਿ ਜਿਹੜੀ ਡੋਮੀਨੈਂਟ ਲਾਫ ਸੀ ਜਦੋਂ ਪ੍ਰੋਡਿਊਸ ਕਰਦੇ ਸੀ ਲੋ ਸਟੇਟਸ ਦੇ ਬੰਦੇ, ਤਾਂ ਯਾਨੀ ਕਿ ਲੋਕਾਂ ਨੂੰ ਹਾਈ ਸਟੇਟਸ ਦੇ ਸਮਝ ਰਹੇ ਸੀ, ਇਸ ਕਰਕੇ ਤਾਂ ਇਹ ਤਾਂ ਅਸਰ ਹੋ ਨਹੀਂ ਸਕਦਾ। low status individual in position of powerful still produce submissive laughs। ਇਹ ਕਿਸੇ ਕੰਕਲੂਜਨ ਦੀ ਕੋਈ ਗੱਲ ਨਹੀਂ ਸੀ ਹੈਗੀ ਕਿ ਜਿਹੜੇ ਲੋ ਸਟੇਟਸ ਦੇ ਬੰਦੇ ਆ ਜਦੋਂ ਉਹਨੂੰ ਪਾਵਰਫੁਲ ਪੋਜੀਸ਼ਨ 'ਚ ਲਿਆ ਜਾਂਦਾ ਉਹ ਆਰਾਮ ਨਾਲ ਸਬਮਿਸਿਵ ਲਾਫ ਕਰਦੇ ਆ, ਇਹ ਜੀ ਕੋਈ ਇਹ 'ਚ ਕੰਕਲੂਜਨ ਨਹੀਂ ਆਇਆ ਹੈਗਾ। The submissive laughs of low and high status individuals are surprisingly similar। ਇਹ ਜੀ ਵੀ ਕੋਈ ਗੱਲ ਨਹੀਂ ਹੋਈ ਕਿ ਉਹਨਾਂ ਦੋਨਾਂ ਦੀ ਲਾਫ ਕੀ ਆ, ਸਿਮਿਲਰ ਹੈਗੀ ਆ। ਹਾਈ ਸਟੇਟਸ ਇੰਡੀਵਿਜੂਅਲਸ ਕੈਨ ਆਲਵੇਜ਼ ਬੀ ਆਈਡੈਂਟੀਫਾਈਡ ਬਾਏ ਦੇਅਰ ਵੇ ਆਫ ਲਾਫਿੰਗ। ਇਹਦੀ ਜ਼ਰੂਰ ਗੱਲ ਹੋਈ ਹੈ ਅਤੇ ਕਨਕਲੂਜਨ ਦੇ ਵਿੱਚ ਆਇਆ ਵੀ ਹੈਗਾ, ਲਾਸਟ ਲਾਈਨ ਦੇ ਵਿੱਚ ਹੈਗਾ, ਪੈਰਾਗ੍ਰਾਫ ਦੀ ਲਾਸਟ ਲਾਈਨ ਸੀ ਜਿਹੜੀ ਕਿ ਜਿਹੜੇ ਹਾਊਐਵਰ ਹਾਈ ਸਟੇਟਸ ਇੰਡੀਵਿਜੂਅਲਸ ਵਰ ਰੇਟਡ ਐਜ਼ ਹਾਈ ਸਟੇਟਸ ਵੈਦਰ they produced their natural dominant laugh or tried to be submissive one। ਚਾਹੇ ਉਹ submissive one ਨੇ ਚਾਹੇ dominative one ਨੇ, ਤੇ ਉਹ ਯਾਨੀ ਕਿ ਸੇਮ ਹੀ ਕੰਸੀਡਰ ਕਰੇ ਜਾ ਰਹੇ ਨੇ। ਆਈ ਹੋਪ ਕਿ ਤੁਹਾਨੂੰ ਵੈਦਰ ਦਾ ਮਤਲਬ ਪਤਾ ਹੋਊਗਾ ਕਿ ਵੈਦਰ ਦਾ ਪੰਜਾਬੀ 'ਚ ਕਿਵੇਂ ਆਪਾਂ ਯੂਜ਼ ਕਰਦੇ ਹਾਂ। ਇਫ ਯੂ ਡੋਂਟ ਨੋ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ, ਮੈਂ ਫਿਰ ਫਰਦਰ ਇਕੱਲੀ ਵੈਦਰ 'ਤੇ ਵੀ ਇਕੱਲੀ ਵੀਡੀਓ ਬਣਾ ਸਕਦਾ ਹੈਗਾ। ਸੋ ਲੈਟਸ ਮੂਵ ਟੂ ਦ ਨੈਕਸਟ ਪੈਸੇਜ। ਬਿਫੋਰ ਮੂਵਿੰਗ ਟੂ ਨੈਕਸਟ ਪੈਸੇਜ ਆਪਾਂ ਜਿਹੜੇ ਬਾਕੀ ਕੁਐਸਚਨ ਜੋ ਵੀ ਦੇਖ ਲਈਏ। ਨੈਸ਼ਨਲ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਹਾਲੇ ਕੋਈ ਗੱਲ ਨਹੀਂ ਹੋਈ ਹੈਗੀ। ਅੱਗੇ ਚੱਲਦੇ ਹਾਂ ਜੀ। ਦ ਪਾਰਟੀਸਪੈਂਟਸ ਇਨ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਸਟੱਡੀ ਹਾਲੇ ਯਾਨੀ ਕਿ ਇਹਦੀ ਆਪਾਂ ਕੋਈ ਗੱਲ ਨਹੀਂ ਹੋਈ ਹੈਗੀ, ਇਸ ਕਰਕੇ ਆਪਾਂ ਨੂੰ ਨੈਕਸਟ ਪੈਸੇਜ ਪੜ੍ਹਨਾ ਚਾਹੀਦਾ ਆ। ਸੋ ਲੈਟਸ ਮੂਵ ਟੂ ਦ ਨੈਕਸਟ ਪੈਸੇਜ। Another study conducted by David Cheung and Lu Wang of Australian National University
was based on the hypothesis ਹੁੰਦੀ ਹੈ ਕਿ ਉਹਨਾਂ ਨੇ ਯਾਨੀ ਕਿ ਇੱਕ imagination ਕਰੀ that humor might provide a respite from tedious situation in the workplace। respite ਸ਼ਬਦ ਦਾ ਮੈਨੂੰ ਐਗਜ਼ੈਕਟ ਮੀਨਿੰਗ ਨਹੀਂ ਪਤਾ, ਮੈਂ ਡਿਸਪਲੇ ਕਰ ਦੂੰਗਾ ਸਕਰੀਨ ਦੇ ਉੱਤੇ। ਮੇਬੀ ਆਪਾਂ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨੂੰ ਸ਼ਬਦ ਦਾ ਮੀਨਿੰਗ ਪਤਾ ਹੋਵੇ, ਆਪਾਂ ਗੈਸ ਲਗਾ ਲੈਂਦੇ ਹਾਂ ਕਿ ਕਹਿਣ ਦਾ ਭਾਵ ਕੀ ਆ। might provide a respite from tedious situation in the work। tedious ਹੁੰਦੀ ਆ ਥਕਾਉਣ ਵਾਲੀਆਂ ਸਿਚੁਏਸ਼ਨ। respite may be joy ਜਾਂ ਰਿਲੈਕਸ ਕਰ ਸਕਦਾ ਬੰਦੇ ਨੂੰ ਜਦੋਂ ਉਹ ਇੱਕ ਡਿਫਿਕਲਟ ਟਾਸਕ ਕਰ ਰਹੇ ਹੁੰਦੇ ਆ। this mental break might facilitate ਦਾ ਮਤਲਬ ਹੁੰਦਾ ਹੈਲਪ ਕਰਨਾ। this mental break might facilitate the replacement of mental resources। replacement ਹੁੰਦਾ ਆ ਰੀਗੇਨ ਕਰਨਾ, ਜਿਹੜੇ ਮੈਂਟਲ ਰਿਸੋਰਸਿਸ ਨੇ ਉਹਨਾਂ ਦੀ ਯਾਨੀ ਕਿ ਰੀਗੇਨ ਹੋ ਜਾਂਦੀ ਹੈਗੀ ਆ, ਉਹਦੀ ਜਿਹੜੀ ਸਟਰੈਂਥ ਆ ਰੀਗੇਨ ਕਰ ਲੈਂਦੇ। ਆਪਾਂ ਥੱਕ ਜਾਂਦੇ ਆ ਅਤੇ ਆਪਣੀ ਮੈਂਟਲ ਰਿਸੋਰਸਿਸ ਨੂੰ ਦੁਬਾਰਾ ਤੋਂ ਐਨਰਜੀ ਚਾਹੀਦੀ ਆ। ਰਿਪਲੇਸਮੈਂਟ ਹੁੰਦਾ ਰੀ ਐਨਰਜਾਈਜ਼ ਕਰਨਾ। ਫੈਸਿਲੀਟੇਟ ਮਤਲਬ ਹੈਲਪ ਕਰਦੇ ਆ, ਮੈਂਟਲ ਬ੍ਰੇਕ ਹੈਲਪ ਕਰਦੀ ਹੈ ਬੰਦੇ ਨੂੰ ਰੀ ਐਨਰਜਾਈਜ਼ ਕਰਨ ਦੇ ਲਈ। ਟੂ ਟੈਸਟ ਦਿਸ ਇਹ ਇਹਨਾਂ ਦਾ ਯਾਨੀ ਕਿ ਪਹਿਲਾਂ ਉਹਨੇ ਹਾਈਪੋਥੀਸਿਸ ਲੈ ਕੇ ਚੱਲੇ ਕਿ ਇਹ ਚੀਜ਼ ਹੋ ਸਕਦੀ ਹੈ, ਹੁਣ ਇਹਨੂੰ ਜੱਜ ਕਰ ਰਹੇ ਨੇ ਕਿ ਇਹ ਚੀਜ਼ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ। ਟੂ ਟੈਸਟ ਦਿਸ ਥਿਊਰੀ researchers recruited 74 business students लेते उन्होंने 74 ostensibly from an experiment on perception। ostensibly ਦਾ meaning नहीं पता। for an experiment on perception ਹੁੰਦਾ belief, ਜੋ ਵੀ ਉਹਨਾਂ ਦਾ ਯਾਨੀ ਕਿ ਇੱਕ ਪਰਸੈਪਸ਼ਨ ਸੀ ਇਸ ਚੀਜ਼ ਦੇ ਉੱਤੇ, ਉਹਦੇ ਐਕਸਪੈਰੀਮੈਂਟ ਕਰਨ ਦੇ ਲਈ। ਫਸਟ the students performed a tedious task in which students ਨੇ ਇੱਕ ਯਾਨੀ ਕਿ ਥਕਾਉਣ ਵਾਲੀ ਟਾਸਕ ਕਰੀ in which they had to cross every instance of the letter E over 2 pages of text। ਤਾਂ ਜਿਵੇਂ ਪੂਰਾ ਟੈਕਸਟ ਸੀ ਉਹਨਾਂ ਕੋਲ, ਕੋਈ 2 ਪੇਜ ਦਾ ਟੈਕਸਟ ਸੀ, ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਨੇ E ਵਰਡ ਨੂੰ ਕ੍ਰੋਸ ਕਰਨਾ ਹੈਗਾ ਆ over 2 pages of text। students then were randomly assigned to watch a video। ਫਿਰ ਰੈਂਡਮਲੀ ਉਹਨਾਂ ਨੂੰ ਅਸਾਈਨ ਕਰਿਆ ਗਿਆ ਕਿ ਤੁਸੀਂ ਵੀਡੀਓ ਵਾਚ ਕਰਨੀ ਹੈ, ਵੀਡੀਓ ਕਲਿੱਪ। ਇਲਿਸਿਟਿੰਗ ਈਦਰ ਹਿਊਮਰ, ਇਲਿਸਿਟਿੰਗ ਮਤਲਬ ਐਕਸਪਲੇਨ ਕਰ ਰਿਹਾ ਉਹ, ਈਦਰ ਹਿਊਮਰ ਜਾਂ ਹਿਊਮਰ ਸੀ ਉਸ ਵੀਡੀਓ ਵਿੱਚ, ਜਾਂ ਕੰਟੈਂਟਮੈਂਟ ਸੀ। ਕੰਟੈਂਟਮੈਂਟ ਹੁੰਦੀ ਆ ਕੋਈ ਸੈਟਿਸਫੈਕਸ਼ਨ ਜਾਂ ਨਿਊਟਰਲ ਫੀਲਿੰਗ, ਜਾਂ ਕੁਝ ਨਿਊਟਰਲ ਫੀਲਿੰਗਸ ਵਾਲੀ ਕੋਈ ਵੀਡੀਓ ਦਿਖਾਈ ਗਈ ਹੈਗੀ। ਹਿਊਮਰ ਸੀ ਹਾਸਾ ਸੀ, ਕੰਟੈਂਟਮੈਂਟ ਸੀ ਯਾਨੀ ਕਿ ਸੈਟਿਸਫੈਕਸ਼ਨ, ਜਾਂ ਨਿਊਟਰਲ ਫੀਲਿੰਗ ਸੀ ਕੋਈ ਖਾਸ ਫੀਲਿੰਗ ਸੀ, ਨਾ ਚੰਗੀ ਸੀ। ਨਿਊਟਰਲ ਮਤਲਬ ਨਾ ਕੋਈ ਹਾਸੇ ਵਾਲੀ ਸੀ ਨਾ ਕੁਛ, ਨੋਰਮਲ ਵੀਡੀਓ ਸੀ ਉਹ। ਸਮ ਵਾਚਡ ਅ ਕਲਿੱਪ ਆਫ BBC ਕਾਮੇਡੀ ਮਿਸਟਰ ਬੀਨਸ ਦੀਆਂ ਕਈਆਂ ਨੇ ਵੀਡੀਓਜ਼ ਦੇਖੀਆਂ ਜੋ ਕਿ ਥੋੜ੍ਹੀਆਂ ਜਿਹੀਆਂ ਕਾਮੇਡੀ ਵਾਲੀਆਂ ਹੁੰਦੀਆਂ ਨੇ। ਅਦਰ ਰਿਲੈਕਸਿੰਗ ਸੀਨ ਵਿਦ ਡੋਲਫਿਨਸ ਸਵਿਮਿੰਗ ਇਨ ਦਾ ਓਸ਼ਨ, ਕਈ ਨੇ ਰਿਲੈਕਸਿੰਗ ਵੀਡੀਓ ਦੇਖੀਆਂ, ਡੋਲਫਿਨ ਸਵਿਮ ਕਰ ਰਹੇ ਸੀ ਓਸ਼ਨ ਦੇ ਵਿੱਚ। ਅਦਰ ਫੈਕਚੁਅਲ ਵੀਡੀਓਜ਼ ਅਬਾਊਟ ਮੈਨੇਜਮੈਂਟ ਪ੍ਰੋਫੈਸ਼ਨ, ਅਤੇ ਕਈਆਂ ਨੇ ਕੁਛ ਫੈਕਚੁਅਲ ਵੀਡੀਓਜ਼ ਦੇਖੀਆਂ ਮੈਨੇਜਮੈਂਟ ਆਪਣੇ ਪ੍ਰੋਫੈਸ਼ਨ ਦੇ ਰੈਲੇਵੈਂਟ ਸੋ ਆਪਣੇ MCQs ਤਾਂ ਖਤਮ ਹੋ ਗਈ ਸੀ, ਜਿਹੜੀ ਫਿਲਿੰਗ ਦੀਆਂ ਬਲੈਂਕਸ ਨੇ ਵਿਦ ਹੈਂਡਸ ਉਹ ਦੇਖਦੇ ਹਾਂ। ਇਨ ਵਨ ਸਟੱਡੀ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਰੈਂਡਮਲੀ ਚੂਜ਼ਨ ਗਰੁੱਪ ਆਫ ਪਾਰਟੀਸਪੈਂਟਸ ਵਰ ਸ਼ੋਨ 3 ਵੀਡੀਓਜ਼, ਉਹਨਾਂ ਨੂੰ ਵੀਡੀਓਜ਼ ਦਿਖਾਈਆਂ ਗਈਆਂ। ਈਚ ਡਿਜ਼ਾਈਨਡ ਟੂ ਜਨਰੇਟ ਡਿਫਰੈਂਟ ਕਾਈਂਡ ਆਫ, ਜਿਹੜੀਆਂ ਵੀਡੀਓ ਸੀ ਹੁਣ ਇਹ ਈਚ ਡਿਜ਼ਾਈਨ ਇਹਦੀ ਗੱਲ ਕਰ ਰਹੀ ਹੈ। ਈਚ ਡਿਜ਼ਾਈਨ ਟੂ ਜਨਰੇਟ ਡਿਫਰੈਂਟ ਕਾਈਂਡ ਆਫ, ਕਿ ਉਹ ਜਿਹੜੀ ਵੀਡੀਓ ਸੀ ਉਹ ਡਿਫਰੈਂਟ ਕਾਈਂਡ ਆਫ ਕੀ ਕਰਨਗੀਆਂ, ਉਹ ਵੀ ਕੀ ਜਨਰੇਟ ਕਰ ਸਕਦੀਆਂ ਨੇ ਬੰਦੇ ਦੇ ਵਿੱਚ। ਜਿਵੇਂ ਆਪਾਂ ਹਿਊਮਰ ਦੀ ਗੱਲ ਕਰ ਰਹੇ ਸੀ, ਕੰਟੈਂਟਮੈਂਟ ਐਂਡ ਨਿਊਟਰਲ ਫੀਲਿੰਗ, ਠੀਕ ਹੈ ਜੀ। ਤਾਂ ਉੱਥੋਂ ਇਹਦਾ ਆਨਸਰ ਬਣਨਾ ਸੀ। ਹੁਣ ਇਹਦਾ ਮੇਰੀ ਟੈਕਨੀਕ ਕੀ ਹੈਗੀ ਆ, ਤੁਸੀਂ ਇੱਥੋਂ ਵਾਧਾ ਲਾਓ, ਦੇਖੋ ਵੀ A ਫਿੱਟ ਹੋ ਸਕਦਾ, ਇੱਥੇ B ਫਿੱਟ ਹੋ ਸਕਦਾ, C ਫਿੱਟ ਹੋ ਸਕਦਾ, D ਫਿੱਟ ਹੋ ਸਕਦਾ, ਹਰ ਇੱਕ ਸ਼ਬਦ ਨੂੰ। ਹੁਣ ਲਾਫਟਰ ਫਿੱਟ ਹੋ ਸਕਦਾ, ਡਿਫਰੈਂਟ ਕਾਈਂਡ ਆਫ ਲਾਫਟਰ ਦੀ ਗੱਲ ਨਹੀਂ ਹੋਈ। ਡਿਫਰੈਂਟ ਕਾਈਂਡ ਆਫ ਰਿਲੈਕਸਿੰਗ ਨਹੀਂ ਸੀ ਹੈਗਾ ਉਹਦੇ ਵਿੱਚ। ਅਤੇ ਬੋਰਿੰਗ, ਡਿਫਰੈਂਟ ਕਾਈਂਡ ਆਫ ਬੋਰਿੰਗ ਦੀ ਕੋਈ ਗੱਲ ਨਹੀਂ ਸੀ। ਐਂਗਜ਼ਾਇਟੀ ਹੁੰਦੀ ਹੈ ਪਰੇਸ਼ਾਨੀ, ਬੰਦੇ ਨੂੰ ਵਰਿਡ ਚਿੰਤਾ। ਸਟਿਮੂਲੇਟਿੰਗ ਹੁੰਦਾ ਕਿ ਕਿਸੇ ਨੂੰ ਕੁਛ ਕਰਨ ਲਈ ਸ਼ੁਰੂਆਤ ਕਰ ਦੇਣਾ। ਇਮੋਸ਼ਨ ਦੀ ਜ਼ਰੂਰ ਗੱਲ ਹੋਈ, ਉਹ 'ਚ ਹਿਊਮਰ ਸੀ, ਕੰਟੈਂਟਮੈਂਟ ਸੀ ਅਤੇ ਨਿਊਟਰਲ ਫੀਲਿੰਗ ਸੀ। ਤਾਂ ਇਹਦਾ ਆਨਸਰ ਆ ਜਿਹੜਾ ਇਮੋਸ਼ਨਸ ਆਊਗਾ, F ਆ ਜਾਣਾ ਹੈਗਾ ਇੱਥੇ।
ਇੰਜੋਇਮੈਂਟ ਵੀ ਨਹੀਂ ਸੀ, ਜਿਹੜੇ ਵੀਡੀਓ ਸੀ ਡਿਫਰੈਂਟ ਕਾਈਂਡ ਆਫ ਇੰਜੋਇਮੈਂਟ ਨਹੀਂ ਸੀ, ਅਮਿਊਜ਼ਿੰਗ ਮਤਲਬ ਐਂਟਰਟੇਨਮੈਂਟ ਹੁੰਦਾ। ਸੋ ਡਿਫਰੈਂਟ ਕਾਈਂਡ ਆਫ ਦਾ ਇਮੋਸ਼ਨਸ ਦੇ ਰਹੀਆਂ ਸੀ ਵੀਡੀਓਜ਼, ਉਹ ਜਿਹੜੀਆਂ ਇਹ 3 ਵੀਡੀਓਜ਼ ਦੀ ਗੱਲ ਕਰ ਰਹੇ ਨੇ। ਇੱਥੇ ਸੀ ਇਹਦਾ ਆਪਾਂ ਨੂੰ ਹਿੰਟ ਮਿਲਣਾ, ਅਸਾਈਨ ਟੂ ਵਾਚ ਅ ਵੀਡੀਓ ਕਲਿੱਪ ਇਲਿਸਿਟਿੰਗ ਈਦਰ, ਇਲਿਸਿਟਿੰਗ ਦਾ ਮਤਲਬ ਜਨਰੇਟ ਹੋ ਸਕਦਾ ਹੈਗਾ ਈਦਰ ਹਿਊਮਰ, ਜਾਂ ਤਾਂ ਹਾਸਾ ਕਰ ਰਹੀਆਂ ਸੀ, ਜਾਂ ਕੰਟੈਂਟਮੈਂਟ, ਜਾਂ ਨਿਊਟਰਲ ਫੀਲਿੰਗ, ਯਾਨੀ ਕਿ ਡਿਫਰੈਂਟ ਕਾਈਂਡ ਦੇ ਫੀਲਿੰਗਸ ਪ੍ਰੋਡਿਊਸ ਕਰ ਰਹੀਆਂ ਸੀ ਬੰਦਿਆਂ ਦੇ ਅੰਦਰ, ਉਹ ਇਸ ਕਰਕੇ ਉਹਦਾ ਆਨਸਰ ਫੀਲਿੰਗ ਆਇਆ ਹੈਗਾ। when all participants were then given a deliberating frustrating task to do, it was found that those who had watched, ਇਹ ਉਸ ਤੋਂ ਅਗਲੇ ਪੈਸੇ ਦੇ ਵਿੱਚ ਹੈਗਾ ਆ 39th ਦੇਖਦੇ ਹਾਂ, the participants of Australian National University study were given a fixed amount of time to complete the task focusing on employee, ਇਹ ਵੀ ਅੱਗੇ ਹੈਗਾ ਅਗਲੇ ਪੈਸੇ ਦੇ ਵਿੱਚ ਇਹਦਾ ਆਨਸਰ ਹੈਗਾ, ਇੱਥੇ ਨਹੀਂ ਹੈਗਾ ਜਿੰਨਾ ਕਿ ਆਪਾਂ ਨੇ ਪੜ੍ਹਿਆ। ਇੰਪਲਾਈ ਪ੍ਰੋਫਾਈਲ ਦੀ ਹਾਲੇ ਕੋਈ ਗੱਲ ਨਹੀਂ ਹੋਈ। ਨੈਕਸਟ ਪੈਸੇ ਪੜ੍ਹਦੇ ਹਾਂ ਜੀ, the students then completed a task, ਤਾਂ ਉਹਨਾਂ ਨੇ ਇੱਕ ਟਾਸਕ ਕੰਪਲੀਟ ਕਰੀ, requiring persistence in which, persistence ਹੁੰਦੀ ਹੈ ਜਿਹਦੇ ਵਿੱਚ ਲਗਾਤਾਰ, requiring persistence in which persistence ਲਗਾਤਾਰ effort ਦੀ ਲੋੜ ਸੀ, in which they were asked to guess the potential profiles of the employees, यानी कि एम्प्लॉयज़ ਦੇ ਪ੍ਰੋਫਾਈਲ ਗੈਸ ਕਰਨ ਦੀ potential performances of employees based on provided profile, ਉਹਨੂੰ ਇੱਕ ਪ੍ਰੋਫਾਈਲ ਪ੍ਰੋਵਾਈਡ ਕਰਿਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਗੈਸ ਕਰੋ ਕਿ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਹੈਗੀ ਆ। and were told that making 10 correct assessments in a row would lead to win, ਵੀ ਤੁਸੀਂ 10 correct ਆਨਸਰ ਕਰੋਗੇ in a row ਤਾਂ ਤੁਸੀਂ ਜਿੱਤ ਜਾਓਗੇ। However, the software was programmed such that it was nearly impossible to achieve 10 consecutive correct answer, ਤੇ ਪਰ ਜਿਹੜਾ ਸੌਫਟਵੇਅਰ ਸੀ ਉਸ ਤਰ੍ਹਾਂ ਪ੍ਰੋਗਰਾਮ ਕਰਿਆ ਗਿਆ ਸੀ ਕਿ ਇਹ ਨੀਅਰਲੀ ਇੰਪੋਸੀਬਲ ਹੈਗਾ ਕਿ 10 ਦੇ 10 ਆਨਸਰ ਸਹੀ ਹੋ ਜਾਣ। ਪਾਰਟੀਸਪੈਂਟਸ ਵਰ ਅਲਾਉਡ ਟੂ ਕੁਇਟ ਦਾ ਟਾਸਕ ਐਟ ਐਨੀ ਟਾਈਮ, ਜਿਹੜੇ ਪਾਰਟੀਸਪੈਂਟ ਸੀ ਉਹਨਾਂ ਨੂੰ ਅਲਾਉਡ ਸੀ ਕਿ ਉਹ ਕਿਸੇ ਵੀ ਟਾਈਮ ਆਪਣੀ ਜਿਹੜੀ ਜੋ ਵੀ ਉਹਦੀ ਪਾਰਟੀਸਪੇਸ਼ਨ ਹੈ ਉਹ ਤੋਂ ਕੁਇਟ ਕਰ ਸਕਦੇ ਹੈਗੇ ਆ। ਸਟੂਡੈਂਟਸ ਹੂ ਹੈਡ ਵਾਚਡ ਮਿਸਟਰ ਬੀਨਸ ਵੀਡੀਓ, ਜੋ ਕਾਮੇਡੀ ਵੀਡੀਓ ਜਿਨ੍ਹਾਂ ਨੇ ਦੇਖੀ ਸੀ, ਐਂਡ ਅਪ ਸਪੈਂਡਿੰਗ ਸਿਗਨੀਫਿਕੈਂਟਲੀ ਮੋਰ ਟਾਈਮ, ਉਹਨਾਂ ਨੇ ਮੋਰ ਐਫਰਟ ਕਰੇ ਆਪਣੇ ਟਾਸਕ ਨੂੰ ਕੰਪਲੀਟ ਕਰਨ ਲਈ। ਮੇਕਿੰਗ ਟਵਾਈਸ ਐਜ਼ ਮੈਨੀ ਪ੍ਰੈਡਿਕਸ਼ਨਸ ਐਜ਼ ਦੇ ਅਦਰ ਗਰੁੱਪ, ਤੇ ਉਹਨਾਂ ਨੇ ਜ਼ਿਆਦਾ ਪ੍ਰੈਡਿਕਸ਼ਨਸ ਕਰੀਆਂ ਅਦਰ ਗਰੁੱਪਸ ਦੇ ਨਾਲੋਂ, ਜੋ ਅਦਰ ਗਰੁੱਪ ਸੀ। when all participants were then given a deliberately frustrating task, ਉਹ ਜਿਹੜਾ ਪ੍ਰੋਫਾਈਲ ਯਾਨੀ ਕਿ EMPLOYEES ਦਾ ਦੇਖਣਾ ਸੀ, ਇੱਕ frustrating task ਸੀ। it was found that those who had watched the video of dash persisted with the task for longer, ਤਾਂ ਜਿਹੜੇ ਬੰਦਿਆਂ ਨੇ ਯਾਨੀ ਕਿ ਡੈਸ਼ ਤਰ੍ਹਾਂ ਦੀਆਂ ਵੀਡੀਓ ਦੇਖੀਆਂ ਸੀ ਉਹ ਲੰਬੇ ਟਾਈਮ ਤੱਕ ਲੱਗੇ ਰਹੇ ਨੇ। tried hard to accomplish the task than either of other group, ਤੇ ਜ਼ਿਆਦਾ ਉਹਨਾਂ ਨੇ ਐਫਰਟ ਕਰਿਆ ਉਸ ਟਾਸਕ ਨੂੰ ਪੂਰਾ ਕਰਨ ਲਈ। ਇਹਦਾ ਆਨਸਰ, ਇਹਦਾ ਜ਼ਿਕਰ ਇਸੇ ਪੈਸੇ 'ਚ ਹੋ ਰਿਹਾ ਹੈਗਾ, ਤੇ ਇੱਥੇ ਕਿਹਨਾਂ ਨੇ ਕਿਹਾ ਪਾਰਟੀਸਪੈਂਟਸ ਵਰ ਅਲਾਉਡ ਟੂ ਕੁਇਟ ਦਾ ਟਾਸਕ ਐਟ ਐਨੀ ਟਾਈਮ। ਸਟੂਡੈਂਟਸ ਹੂ ਹੈਡ ਵਾਚਡ ਮਿਸਟਰ ਬੀਨਸ, ਜਿਹਨੇ ਨੇ ਮਿਸਟਰ ਬੀਨਸ ਦੇਖਿਆ ਸੀ ਵੀਡੀਓ, ਐਂਡਡ ਅਪ ਸਿਗਨੀਫਿਕੈਂਟਲੀ ਸਪੈਂਡਿੰਗ ਸਿਗਨੀਫਿਕੈਂਟਲੀ ਮੋਰ ਟਾਈਮ ਵਰਕਿੰਗ ਔਨ ਟਾਸਕ। ਹੁਣ ਮਿਸਟਰ ਬੀਨਸ, ਜੋ ਕਿ ਇਹਨੇ ਪਿੱਛੇ ਗੱਲ ਕਰੀ ਹੈ ਕਿ ਮਿਸਟਰ ਬੀਨਸ ਕੀ ਸੀ, ਰਿਲੈਕਸਿੰਗ ਨਹੀਂ, ਮਿਸਟਰ ਬੀਨਸ ਇੱਕ ਕਾਮੇਡੀ ਸੀ। ਮਿਸਟਰ ਬੀਨ ਕੀ ਆ, ਕਾਮੇਡੀ ਆ, ਠੀਕ ਹੈ ਜੀ। ਤਾਂ ਆਪਾਂ ਮੋਸਟ ਪ੍ਰੋਬਲੀ ਆਪਾਂ ਇਹੀ ਲਾ ਕੇ ਚੱਲਾਂਗੇ ਕਿ ਜਿਹਨਾਂ ਨੇ ਹਾਸੇ ਵਾਲੀਆਂ ਵੀਡੀਓ ਦੇਖੀਆਂ, ਠੀਕ ਹੈ ਜੀ। ਸੋ ਮੈਂ ਇਹਦਾ ਆਨਸਰ ਇਹ ਲਗਾਇਆ ਸੀ, ਪਰ ਇਹ ਆਨਸਰ ਨੂੰ ਉਹਨਾਂ ਨੇ ਰੋਂਗ ਕਰਿਆ ਹੈਗਾ। ਹਾਲਾਂਕਿ ਇਹਦਾ ਜਿਹੜਾ ਆਨਸਰ ਆ ਉਹ ਇਹ ਹੀ ਬਣਦਾ ਹੈਗਾ, ਕਿਉਂਕਿ ਲਾਫਟਰ ਵੀਡੀਓਜ਼ ਦੀ ਹੀ ਗੱਲ ਕਰ ਰਿਹਾ, ਕਾਮੇਡੀ ਵੀਡੀਓ ਲਾਫਟਰ ਵੀਡੀਓ ਇਹੀ ਚੀਜ਼ ਹੁੰਦੀ ਹੈ, ਪਰ ਉਹਨਾਂ ਨੇ ਇਹਦਾ ਆਨਸਰ ਐਚ ਲਾਇਆ ਹੈਗਾ। ਤੇ ਮੈਨੂੰ ਕੁਆਇਟ ਓਬਜੈਕਸ਼ਨ ਹੈਗੀ ਹੈ ਕਿ ਇਹਦੇ ਐਚ ਦਾ ਮਤਲਬ ਅਮਿਊਜ਼ਿੰਗ ਮਤਲਬ ਐਂਟਰਟੇਨਮੈਂਟ। ਹੁਣ ਲਾਫਟਰ ਐਂਟਰਟੇਨਮੈਂਟ ਤਾਂ ਹੁੰਦਾ ਹੀ ਹੁੰਦਾ ਆ, ਠੀਕ ਹੈ ਜੀ। ਸੋ ਤੁਸੀਂ ਇਹਦੇ ਵਿੱਚ ਬਹੁਤ ਤਕੜੀ ਕਨਫਿਊਜ਼ਨ ਸੀ, ਮੇ ਬੀ ਇਹ 'ਚ ਅਮਿਊਜ਼ਿੰਗ ਲਾਉਣ ਦੇ ਲਾਫਟਰ ਹੋ ਸਕਦਾ ਸੀ। ਸੋ ਇਹਦਾ ਰੋਂਗ ਹੋਣਾ ਓਬਵੀਅਸ ਹੈ। ਜੇ ਤੁਹਾਡਾ ਵੀ ਰੋਂਗ ਹੋਇਆ ਤਾਂ ਇਹ ਕੋਈ ਇਹਦੇ ਵਿੱਚ ਸਰਪ੍ਰਾਈਜ਼ ਦੀ ਗੱਲ ਨਹੀਂ ਹੈਗੀ, ਇਹ ਹੋਰ ਰੋਂਗ ਹੋ ਸਕਦਾ ਹੈਗਾ, ਠੀਕ ਹੈ ਜੀ। ਤੇ ਪਿੱਛੇ ਦੇਖਦੇ ਹੈਗੇ ਆ, ਹਾਂ, the participants in the Australian National University students were given a fixed amount of time to complete the task focusing on employees profile.
ਹੁਣ ਉਹਨਾਂ ਨੇ ਕੋਈ ਫਿਕਸ ਟਾਈਮ ਦਿੱਤਾ ਸੀ ਕਿ ਤੁਸੀਂ ਜਿਹੜੇ ਪ੍ਰੋਫਾਈਲ ਨੇ ਉਹਨਾਂ ਦੇ ਜਿਹੜੇ ਪ੍ਰੈਡਿਕਟ ਕਰਨੇ ਹੈਗੇ ਫੋਕਸਿੰਗ ਕਰਨ ਦੇ ਲਈ, ਤਾਂ ਉੱਥੇ ਟਾਈਮ ਵੈਸੇ ਤਾਂ ਕਈ ਬੱਚੇ ਦਾ ਨੋਟ ਗਿਵਨ ਲਗਾਇਆ ਹੋ ਸਕਦਾ ਕਿ ਉੱਥੇ ਕੋਈ ਟਾਈਮ ਦੀ ਗੱਲ ਹੀ ਨਹੀਂ ਹੋਈ, ਪਰ ਉਹਨਾਂ ਨੇ ਨਾ ਹੀ ਟਾਈਮ ਕਿਹਾ, ਅਤੇ ਕਿਉਂਕਿ ਇਸ ਤਰ੍ਹਾਂ ਹੀ ਟਾਸਕ 'ਚ ਮੈਂਸ਼ਨ ਕਰਨਾ ਜ਼ਰੂਰੀ ਹੁੰਦਾ ਟਾਈਮ, ਤਾਂ ਉਹਨਾਂ ਨੇ ਕਲੀਅਰਲੀ ਕਿਹਾ ਕਿ ਕੋਈ ਬੱਚੇ ਕਿਸੇ ਵੀ ਟਾਈਮ ਆਪਣਾ ਕੁਇਟ ਕਰ ਸਕਦੇ, ਮਤਲਬ ਉਹਨੂੰ ਖੁੱਲ੍ਹਾ ਛੱਡਿਆ ਸੀ ਤੁਸੀਂ ਕਿੰਨਾ ਟਾਈਮ ਸਪੈਂਡ ਕਰਦੇ ਹੈਗੇ ਹੋ, ਤਾਂ ਉਹ ਕਹਿ ਰਹੇ ਸੀ ਕਿ ਉਹ ਕਿੰਨਾ ਵੱਧ ਤੋਂ ਵੱਧ ਟਾਈਮ ਸਪੈਂਡ ਕਰ ਸਕਦੇ ਹੈਗੇ ਉਸ ਟਾਸਕ ਉੱਤੇ, ਅਤੇ ਇਹਦਾ ਆਨਸਰ ਯਾਨੀ ਕਿ ਨੋ ਆਊਗਾ। ਹਾਲਾਂਕਿ ਡਾਇਰੈਕਟ ਕਿਤੇ ਇਹਦਾ ਆਨਸਰ ਗਿਵਨ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਚੀਜ਼ ਨੂੰ ਦੇਖ ਕੇ ਆਪਾਂ ਕਹੀਏ ਕਿ ਇੱਥੋਂ ਇਹਦਾ ਨੋ ਆਨਸਰ ਬਣਿਆ ਹੈਗਾ। ਆਪਾਂ ਨੂੰ ਓਵਰਆਲ BP ਦੇ ਵਿੱਚ ਜੱਜ ਕਰਨਾ ਪੈਣਾ ਹੈਗਾ ਕਿ ਜਿਵੇਂ ਉਹ ਕਹਿ ਰਹੇ ਨੇ ਕਿ ਵੱਧ ਟਾਈਮ ਸਪੈਂਡ ਕਰਿਆ, ਮਤਲਬ ਉਹਨੂੰ ਖੁੱਲ੍ਹਾ ਛੱਡਿਆ ਹੋਇਆ ਸੀ ਟਾਈਮ ਸਪੈਂਡ ਕਰਨ ਦੇ ਲਈ ਕਿ ਤੁਸੀਂ ਜਿੰਨਾ ਸਪੈਂਡ ਕਰ ਸਕਦੇ ਹੋ ਸਪੈਂਡ ਕਰੋ ਇਹਦੇ ਉੱਤੇ, ਟਾਈਮ ਦਾ ਉਹਨਾਂ ਨੂੰ ਓਪਨ ਨਹੀਂ ਛੱਡਿਆ ਹੋਇਆ ਸੀ, ਤਾਂ ਇਸ ਕਰਕੇ ਆਪਾਂ ਨੋਟ ਗਿਵਨ ਨਹੀਂ ਲਗਾ ਸਕਦੇ ਇਹਦਾ, ਕਿਉਂਕਿ ਟਾਈਮ ਦਾ ਜ਼ਿਕਰ ਜ਼ਰੂਰ ਹੋਇਆ ਹੈਗਾ। ਨੈਕਸਟ ਪੈਸੇ ਪੜ੍ਹਦੇ ਹਾਂ ਜੀ। ਚੈਂਗ ਐਂਡ ਵੋਂਗ ਦੈਨ ਰੈਪਲੀਕੇਟਡ ਦੀਜ਼ ਰਿਜ਼ਲਟਸ ਇਨ ਸੈਕਿੰਡ ਸਟੱਡੀ। ਫਿਰ ਉਹਨੇ ਇੱਕ ਸੈਕਿੰਡ ਸਟੱਡੀ ਰੈਪਲੀਕੇਟ ਹੁੰਦਾ ਆ ਕਿ ਉਹਨਾਂ ਨੇ ਇੱਕ ਤਰ੍ਹਾਂ ਦਾ ਰਿਫਲੈਕਟ ਕਰਿਆ ਆਪਣੀ ਸੈਕਿੰਡ ਸਟੱਡੀ ਦੇ ਵਿੱਚ, ਡਿਊਰਿੰਗ ਵਿਚ ਦੇ ਹੈਡ ਪਾਰਟਿਸਪੈਂਟ ਕੰਪਲੀਟ ਲੌਂਗ ਮਲਟੀਪਲੀਕੇਸ਼ਨ ਕੁਐਸਚਨਸ। ਤਾਂ ਯਾਨੀ ਕਿ ਸੈਕਿੰਡ ਦੇ ਵਿੱਚ ਉਹਨਾਂ ਨੇ ਪਹਿਲੀ ਟਾਸਕ ਉਹਨੇ ਸੇਮ ਰੱਖੀ ਆ ਕਿ ਉਹਨਾਂ ਨੂੰ ਯਾਨੀ ਕਿ ਵੀਡੀਓ ਵਗੈਰਾ ਦਿਖਾਈਆਂ, ਟਾਸਕ ਚੇਂਜ ਕਰਤੀ, ਦੇ ਹੈਡ ਪਾਰਟਿਸਪੈਂਟ ਕੰਪਲੀਟ ਲੌਂਗ ਮਲਟੀਪਲੀਕੇਸ਼ਨ ਕੁਐਸਚਨ ਬਾਈ ਹੈਂਡ, ਉਹਨਾਂ ਨੂੰ ਮਲਟੀਪਲੀਕੇਸ਼ਨ ਕੁਐਸਚਨ ਕਰਨ ਨੂੰ ਕਹੇ। ਅਗੇਨ participants who watched the humorous video spent significantly more time, ਜਿਹਨਾਂ ਨੇ ਹਿਊਮਰਸ ਵੀਡੀਓ ਦੇਖੀਆਂ ਸੀ ਉਹਨਾਂ ਨੇ ਜ਼ਿਆਦਾ ਟਾਈਮ ਸਪੈਂਡ ਕਰਿਆ working on the tedious task and complete more questions correctly than did students either of the group। ਤਾਂ ਯਾਨੀ ਕਿ ਉਹਨਾਂ ਨੇ ਜਿਹਨਾਂ ਨੇ ਹਾਸੇ ਵਾਲੀਆਂ ਵੀਡੀਓ ਦੇਖੀਆਂ ਸੀ ਉਹਨਾਂ ਨੇ ਜ਼ਿਆਦਾ ਕੁਐਸਚਨ ਸਹੀ ਕਰੇ ਅਤੇ ਵੱਧ ਟਾਈਮ ਸਪੈਂਡ ਕਰਿਆ ਬਾਕੀ ਦੂਸਰੇ ਗਰੁੱਪ ਦੇ ਨਾਲੋਂ। A second study in which participants were asked to perform a particular dash task produced similar results। particularly dash task, ਹੁਣ ਟਾਸਕ ਕਿਸ ਤਰ੍ਹਾਂ ਦੀ ਸੀ ਜੋ ਸੈਕਿੰਡ ਟਾਈਮ ਉਹਨਾਂ ਨੂੰ ਮਲਟੀਪਲੀਕੇਸ਼ਨ ਕਰਨ ਨੂੰ ਕਹੀ, ਕਿਸ ਤਰ੍ਹਾਂ ਦੀ ਟਾਸਕ ਸੀ, ਰਿਲੈਕਸਿੰਗ ਨਹੀਂ ਸੀ ਹੈਗੀ, ਐਂਗਜ਼ਾਈਟੀ ਵਾਲੀ ਨਹੀਂ ਸੀ, ਇੰਜੋਇਮੈਂਟ ਵਾਲੀ ਨਹੀਂ ਸੀ, ਸਟਿਮੂਲੇਟਿਵ ਵਾਢਾ ਲਾ ਕੇ ਆਪਾਂ ਦੇਖਾਂਗੇ ਤਾਂ ਬੋਰਿੰਗ ਟਾਸਕ ਸੀ ਉਹ, ਤਾਂ ਇਹਦਾ ਆਨਸਰ ਕੀ ਆ ਜਾਣਾ ਹੈ, ਬੋਰਿੰਗ ਆ ਜਾਣਾ ਹੈਗਾ ਆ। ਬੋਰਿੰਗ ਟਾਸਕ ਦਿੱਤੀ ਗਈ ਪਰ ਉਹਦੇ ਸੇਮ ਰਿਜ਼ਲਟ ਆਏ ਜਿਹੜੀ ਪਹਿਲੀ ਸਟੱਡੀ ਵਾਲੇ ਆਏ ਸੀ। ਅਤੇ ਪਿੱਛੇ ਦੇਖੀਏ ਆਪਾਂ, ਚਿੰਗ ਵੋਂਗ ਕਨਕਲੂਜਨਸ ਵਰ ਇਨ ਦ ਲਾਈਨ ਵਿਦ ਐਸਟੈਬਲਿਸ਼ਡ ਨੋਸ਼ਨ ਰਿਗਾਰਡਿੰਗ ਟਾਸਕ ਪਰਫੋਰਮੈਂਸ, ਨਹੀਂ ਇਹਦੀ ਹਾਲੇ ਕੋਈ ਜ਼ਿਕਰ ਨਹੀਂ ਹੋਇਆ। ਸੋ ਆਪਾਂ ਨੈਕਸਟ ਪੈਸੇ ਪੜ੍ਹਦੇ ਹਾਂ ਜੀ। ਆਈ ਹੋਪ ਕਿ ਲਾਸਟ ਪੈਸੇ ਹੋਊਗਾ ਆਪਣਾ। Although humor has been found to help relieve stress, ਭਾਵੇਂ ਕਿ ਜਿਹੜਾ ਹਿਊਮਰ ਆ ਉਹ ਫਾਊਂਡ ਕਰਿਆ ਗਿਆ ਹੈਗਾ ਆ ਕਿ ਉਹ ਸਟ੍ਰੈਸ ਨੂੰ ਰਿਲੀਫ ਕਰਦਾ, ਫੈਸਿਲੀਟੇਟ ਨੂੰ ਸੋਸ਼ਲ ਰਿਲੇਸ਼ਨਸ਼ਿਪਸ ਅਤੇ ਸੋਸ਼ਲ ਰਿਲੇਸ਼ਨਸ਼ਿਪਸ ਦੇ ਵਿੱਚ ਵੀ ਹੈਲਪ ਕਰਦਾ। ਦਾ ਟ੍ਰਡੀਸ਼ਨਲ ਵਿਊ ਆਫ ਟਾਸਕ ਪਰਫੋਰਮੈਂਸ, ਪਰ ਜਿਹੜਾ ਟ੍ਰਡੀਸ਼ਨਲ ਵਿਊ ਆ ਟਾਸਕ ਪਰਫੋਰਮੈਂਸ ਦਾ ਇੰਪਲਾਈਜ਼ ਦੈਟ, ਇਹ ਇੰਪਲਾਈ ਕਰਦਾ ਹੈਗਾ ਦੈਟ ਇੰਡੀਵਿਜੂਅਲ ਸ਼ੁੱਡ ਅਵੋਇਡ ਥਿੰਗਸ ਸੱਚ ਐਜ਼ ਹਿਊਮਰ ਦੈਟ ਮੇ ਡਿਸਟਰੈਕਟ, ਤਾਂ ਬੰਦੇ ਨੂੰ ਯਾਨੀ ਕਿ ਹਾਸਾ ਵਗੈਰਾ ਜੋ ਲਾਫਟਰ ਹੈਗਾ ਉਹ ਅਵੋਇਡ ਕਰਨਾ ਚਾਹੀਦਾ। ਦੈਟ ਮੇ ਡਿਸਟਰੈਕਟ ਦੈਮ ਫਰੋਮ ਅਕੰਪਲਿਸ਼ਿੰਗ ਦੈਟ ਗੋਲ, ਅਤੇ ਜਿਹੜਾ ਉਹ ਗੋਲ ਹੈਗਾ ਜੋ ਵੀ ਜੋ ਅਚੀਵ ਕਰਨਾ ਚਾਹੁੰਦੇ ਆ ਉਹ ਤੋਂ ਡਿਸਟਰੈਕਟ ਹੋ ਜਾਂਦੇ। ਆਪਾਂ ਜਨਰਲੀ ਕਹਿੰਦੇ ਕਿ ਯਾਰ ਹੱਸੋ ਨਾ ਕੰਮ ਕਰੋ, ਉਹ ਜਿਹੜਾ ਹੱਸੋ ਨਾ ਕੰਮ ਕਰੋ ਵਾਲਾ ਕੰਸੈਪਟ ਹੈਗਾ ਆ ਯਾਨੀ ਕਿ ਇੱਕ ਬਿਲੀਫ ਬਣਿਆ ਹੋਇਆ ਹੈਗਾ ਆ। ਪਰ ਭਾਵੇਂ ਕਿ ਜਦੋਂ ਪੋਜ਼ੀਟਿਵ ਰਿਜ਼ਲਟ ਆਉਂਦੇ ਆ ਕਿ ਹਾਸਾ ਥੋੜ੍ਹਾ ਸਟ੍ਰੈਸ ਰਿਲੀਵ ਕਰਦਾ, ਸੋਸ਼ਲ ਰਿਲੇਸ਼ਨਸ਼ਿਪ ਕਰਦਾ, ਪਰ ਟ੍ਰਡੀਸ਼ਨਲ ਬਿਲੀਫ ਇਹ ਆ ਕਿ ਲੋਕ ਹਾਸੇ ਨੂੰ ਅਵੋਇਡ ਕਰਦੇ ਆ। ਚੰਗ ਐਂਡ ਵੋਂਗ ਕਨਕਲੂਡਡ, ਉਹਨਾਂ ਨੇ ਕਨਕਲੂਡ ਕਰਿਆ, ਠੀਕ ਹੈ ਜੀ, ਵੀ ਸੁਜੈਸਟ ਦੈਟ ਹਿਊਮਰ ਇਜ਼ ਨਾਟ ਓਨਲੀ ਇੰਜੋਏਬਲ, ਜਿਹੜਾ ਹਾਸਾ ਆ ਹਿਊਮਰ ਆ ਉਹ ਇਕੱਲਾ ਇੰਜੋਏਬਲ ਨਹੀਂ ਹੈਗਾ ਬਟ ਇੰਪੋਰਟੈਂਟ ਐਨਰਜਾਈਜ਼ਿੰਗ, ਬਟ ਮੋਰ ਇੰਪੋਰਟੈਂਟਲੀ ਐਨਰਜਾਈਜ਼ਿੰਗ, ਐਨਰਜਾਈਜ਼ ਵੀ ਕਰਦਾ ਆਪਾਂ ਨੂੰ। According to researchers David Chung and Lu Wang, these findings suggest that humor not only reduce ਕੀ ਘੱਟ ਕਰਦਾ, ਜਿਹੜੀ ਉਹਦੇ ਯਾਨੀ ਕਿ ਫਾਈਂਡਿੰਗ ਨੇ ਲਾਸਟ ਪੈਸੇ ਦੇ ਵਿੱਚ ਲਾਸਟ ਲਾਈਨ ਦੇ ਵਿੱਚ ਆਨਸਰ ਹੈਗਾ, ਵੀ ਸੁਜੈਸਟ ਦੈਟ ਹਿਊਮਰ ਇਜ਼ ਨਾਟ ਓਨਲੀ ਇੰਜੋਏਬਲ, ਨਹੀਂ ਲਾਸਟ ਨਹੀਂ ਪਿੱਛੇ ਆ, ਹਿਊਮਰ ਭਾਵੇਂ ਕਿ ਹਿਊਮਰ ਹੈਜ਼ ਬੀਨ ਫਾਊਂਡ ਟੂ ਰਿਲੀਵ ਦਾ ਸਟ੍ਰੈਸ,
ਸਟ੍ਰੈਸ ਨੂੰ ਘੱਟ ਕਰਦਾ ਹੈਗਾ ਆ, ਠੀਕ ਹੈ ਜੀ। ਤੇ ਸਟ੍ਰੈਸ ਨੂੰ ਆਪਾਂ ਇੱਥੇ ਫਿਟ ਕਰਨਾ ਹੈਗਾ। ਇਹ ਦੇਖੋ ਸਟ੍ਰੈਸ ਕਿਹਨੂੰ ਕਹਿੰਦੇ ਹੈਗੇ ਆ, ਐਂਗਜ਼ਾਈਟੀ ਨੂੰ ਸਟ੍ਰੈਸ ਕਹਿੰਦੇ ਹੈਗੇ ਆ, ਤਾਂ ਇੱਥੇ ਡੀ ਆਂਸਰ ਆ ਜਾਣਾ ਹੈਗਾ ਇਹਦਾ। ਤੇ ਐਂਗਜ਼ਾਈਟੀ ਨੂੰ ਘੱਟ ਕਰਦਾ, ਨਾਟ ਓਨਲੀ ਐਂਗਜ਼ਾਈਟੀ ਨੂੰ ਘੱਟ ਕਰਦਾ, ਹੈਲਪਸ ਬਿਲਡ ਸੋਸ਼ਲ ਕਨੈਕਸ਼ਨ। ਉੱਥੇ ਪਹਿਲੀ ਲਾਈਨ ਦੇ ਵਿੱਚ ਸੀ ਸਟ੍ਰੈਸ, ਉਦੋਂ ਬਾਅਦ ਸੋਸ਼ਲ ਕਨੈਕਸ਼ਨ ਸੀ, ਉੱਥੋਂ ਇਹਦਾ ਆਂਸਰ ਆ ਗਿਆ ਐਂਗਜ਼ਾਈਟੀ। ਬਟ ਇਟ may have also a dash effect on your body and mind। ਤੇ ਤੁਹਾਡੀ ਬੋਡੀ ਉੱਤੇ ਡੈਸ਼ ਇਫੈਕਟ ਹੋ ਸਕਦੇ ਹਨ। ਬੋਡੀ ਦਾ ਜ਼ਿਕਰ ਉਹਨੇ ਬਿਲਕੁਲ ਲਾਸਟ ਲਾਈਨ ਦੇ ਵਿੱਚ ਕਰਿਆ। ਦੇਖੋ ਇੱਥੋਂ ਤੋਂ ਇੱਥੇ ਲਿਆਂਦੀ ਕਹਾਣੀ ਉਹਨਾਂ ਨੇ, ਵੀ ਸੁਜੈਸਟ ਦੈਟ ਹਿਊਮਰ ਇਜ਼ ਨਾਟ ਓਨਲੀ ਇੰਜੋਏਬਲ। ਹੁਣ ਇੱਥੋਂ ਉਹ ਬੱਚਾ ਇੰਜੋਏਬਲ ਲਗਾ ਸਕਦਾ। ਹੁਣ ਵੀ ਇੱਥੇ ਇੰਜੋਏਬਲ ਦੀ ਗੱਲ ਹੋ ਰਹੀ ਆ, ਤਾਂ ਮੈਂ ਇੱਥੋਂ ਇੰਜੋਏਮੈਂਟ ਵਗੈਰਾ ਲਗਾ ਸਕਦਾ, ਪਰ ਇੰਜੋਏਮੈਂਟ ਦੀ ਨਹੀਂ, ਇੱਥੇ ਪਹਿਲੀ ਲਾਈਨ ਦੇ ਵਿੱਚੋਂ ਇਹਦਾ ਆਂਸਰ ਆਇਆ ਹੈਗਾ ਆ ਜਿਹੜਾ ਡੀ ਦਾ ਸੀ, ਕਿਉਂਕਿ ਰਿਡਿਊਸ ਇੰਜੋਏਮੈਂਟ ਤਾਂ ਹੁਣ ਸਿੱਧਾ ਰਿਡਿਊਸ ਦਾ ਸਟ੍ਰੈਸ ਤੇ ਕਰੂਗਾ, ਸੌਰੀ, ਤਾਂ ਮੈਂ ਇਹਦੀ ਲੋੜ ਨਹੀਂ ਹੈਗੀ। ਆਪਾਂ ਇੱਥੇ ਗੱਲ ਕਰ ਰਹੇ ਸੀ ਇਟ ਮੇ ਆਲਸੋ ਹੈਵ ਡੈਸ਼ ਇਫੈਕਟ ਔਨ ਬੋਡੀ। ਉਹ ਐਨਰਜਾਈਜ਼ਿੰਗ ਕਹਿੰਦੇ, ਐਨਰਜਾਈਜ਼ਿੰਗ ਕਿਹੜਾ ਹੈਗਾ, ਲਾਫਟਰ, ਰਿਲੈਕਸਿੰਗ, ਬੋਰਿੰਗ, ਤਾਂ ਸਟੀਮੂਲੇਟਿੰਗ, ਯਾਨੀ ਕਿ ਹੋਰ ਕੋਈ ਸ਼ਬਦ ਲੱਗ ਨਹੀਂ ਰਿਹਾ, ਤਾਂ ਸਟੀਮੂਲੇਟਿੰਗ ਹੀ ਹੋ ਸਕਦਾ ਹੈਗਾ। ਤਾਂ ਇਹਦਾ ਆਂਸਰ ਕੀ ਆ ਗਿਆ, ਈ ਆ ਗਿਆ, ਦੈਟ ਇਜ਼ ਸਟੀਮੂਲੇਟਿੰਗ। ਠੀਕ ਹੈ, ਹੁਣ ਆਪਾਂ ਲਾਸਟ ਪੈਸੇ ਵੀ ਪੜ੍ਹ ਲਿਆ ਹੈਗਾ ਸਾਰਾ। ਤਾਂ ਹੁਣ ਲਾਸਟ ਕੁਐਸਚਨ ਦੇ ਆਉਣੇ ਆ। ਚੁੰਗ ਐਂਡ ਵੋਂਗਸ ਕਨਕਲੂਜਨ ਵਰ ਇਨ ਦ ਲਾਈਨ ਵਿਦ ਸਟੇਬਲਿਸ਼ਡ ਨੋਸ਼ਨ ਰਿਗਾਰਡਿੰਗ ਟਾਸਕ ਪਰਫਾਰਮੈਂਸ। ਹੁਣ ਇਹ ਯਾਨੀ ਕਿ ਨੋਸ਼ਨ, ਐਸਟੈਬਲਿਸ਼ਡ ਨੋਸ਼ਨ ਕੀ, ਜਿਹੜਾ ਟ੍ਰੈਡੀਸ਼ਨਲ ਬਿਲੀਫ ਆ, ਲੋਕ ਕਹਿੰਦੇ ਆ ਕਿ ਜਿਹੜੀ ਟਾਸਕ ਆਪਾਂ ਪਰਫਾਰਮੈਂਸ ਆ ਉਹ ਹਿਊਮਰ ਦੇ ਨਾਲ ਕੀ ਹੈ ਡਿਸਟਰੈਕਟ ਹੁੰਦੀ ਹੈ, ਪਰ ਉਹਦਾ ਕਨਕਲੂਜਨ ਡਿਫਰੈਂਟ ਆ। ਉਹ ਕਹਿੰਦੇ ਨੇ ਕਿ ਜੇ ਆਪਾਂ ਕੋਈ ਟਾਸਕ ਪਰਫਾਰਮ ਕਰਦੇ ਹਾਂ ਨਾਲ ਹਾਸਾ ਕਰ ਰਹੇ ਹਾਂ, ਤਾਂ ਉਹ ਟਾਸਕ ਪਰਫਾਰਮ ਕਰਨ 'ਚ ਆਪਾਂ ਨੂੰ ਹੈਲਪ ਕਰਦੀ ਹੈ। ਤਾਂ ਇਸ ਕਰਕੇ ਇਹਦਾ ਆਨਸਰ ਵੀ ਨੋ ਆਊਗਾ। ਕਿਉਂਕਿ ਉਹ ਆਪੋਜ਼ਿਟ ਸੋਚਦੇ ਹੈਗੇ ਆ। ਜਿਵੇਂ ਇੱਥੋਂ ਆਲਦੋ ਇਹ ਫਾਈਂਡ ਕਰਿਆ ਗਿਆ ਕਿ ਇਹ ਚੀਜ਼ ਹੈਗੀ ਹੈ, ਦਾ ਟ੍ਰੈਡੀਸ਼ਨਲ ਵਿਊ ਆਫ ਟਾਸਕ ਪਰਫਾਰਮੈਂਸ ਇੰਪਲਾਈਜ਼ ਇੰਡੀਵਿਜੂਅਲ ਨੂੰ ਅਵਾਇਡ ਕਰਨਾ ਚਾਹੀਦਾ ਹਾਸਾ। ਤਾਂ ਉਹਨਾਂ ਦਾ ਕਨਕਲੂਜਨ ਜਿਹੜਾ ਟ੍ਰੈਡੀਸ਼ਨਲ ਵਿਊ ਆ ਪਰਫਾਰਮੈਂਸ ਨੂੰ ਲੈ ਕੇ ਉਹ ਬਿਲਕੁਲ ਆਪੋਜ਼ਿਟ ਹੈਗਾ। ਓਕੇ ਜੀ, ਸੋ ਦੈਟਸ ਆਲ ਫॉर ਦਿਸ ਵੀਡੀਓ। ਥੈਂਕ ਯੂ ਵੈਰੀ ਮਚ ਵਾਚਿੰਗ ਦਿਸ ਵੀਡੀਓ, ਫॉर ਵਾਚਿੰਗ ਦਿਸ ਵੀਡੀਓ ਟਿਲ ਦ ਐਂਡ। ਤੇ ਬਹੁਤ ਵੱਡੀ ਅਚੀਵਮੈਂਟ ਹੈ ਜੇ ਤੁਸੀਂ ਵੀਡੀਓ ਦੇ ਐਂਡ ਤੱਕ ਪਹੁੰਚੇ ਹੈਗੇ।